हेलो एवरीवन वेलकम टू द चैनल स्टडी विद पूजा। इस वीडियो ਦੇ ਵਿੱਚ ਕਰਾਂਗੇ ਨੈਕਸਟ 26 to 50 ਕੁਐਸਚਨਸ ਜੋ ਹੈਗੇ ਆ 3504 ਮਾਸਟਰ ਕੇਡਰ ਵਾਲੀ ਬੋਟਨੀ ਦੇ ਉਹਦੇ ਆਪਾਂ 25 ਕੁਐਸਚਨਸ ਕਰ ਲਏ ਹੋਏ ਆ। ਪਿਛਲੀ ਵੀਡੀਓ ਦੇ ਵਿੱਚ ਉਹ ਤੁਸੀਂ ਪਲੇਲਿਸਟ ਤੋਂ ਚੈੱਕ ਕਰ ਸਕਦੇ ਹੋ। ਬੋਟਨੀ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਟਾਈਪ ਕਰਕੇ ਉਹਦੇ ਵਿੱਚ ਦਿੱਤਾ ਹੋਇਆ ਆ। ਸੋ ਅੱਗੇ ਕਰਦੇ ਹਾਂ 26 ਤੋਂ 50 ਤੱਕ। 26 क्वेश्चन है इनकम्प्लीट ऑक्सीडेशन ऑफ ग्लूकोज इनटू द पायरुविक एसिड विद द सेवरल इंटरमीडिएट स्टैप इज़ नोन एज कि जदों ग्लूकोज ਹੁਣ ਗਲੂਕੋਜ਼ ਪ੍ਰੋਪਰ ਬ੍ਰੇਕ ਹੁੰਦੀ ਆ ਅਤੇ ਐਨਰਜੀ ਪ੍ਰੋਡਿਊਸ ਕਰਦੀ ਹੈਗੀ ਆ। ਹੁਣ ਉਹਨਾਂ ਨੇ ਕਿਹਾ ਕਿ ਹਾਲੇ ਕੰਪਲੀਟ ਆਕਸੀਡੇਸ਼ਨ ਨਹੀਂ ਹੋਈ ਹੈਗੀ। ਗਲੂਕੋਜ਼ ਆਕਸੀਜਨ ਦੇ ਪ੍ਰੈਜ਼ੈਂਸ ਦੇ ਵਿੱਚ ਬ੍ਰੇਕ ਹੁੰਦਾ ਆ ਅਤੇ ਐਨਰਜੀ ਪਲੱਸ ਕਾਰਬਨ ਡਾਈਆਕਸਾਈਡ ਬਣਾਉਂਦਾ। ਇਹ ਸਾਨੂੰ ਪਤਾ ਹੈਗਾ ਕਿ ਇਹ ਸਿੰਪਲ ਸਟੈਪ ਆ, ਪਰ ਇਹ ਸਿੰਪਲ ਸਟੈਪ ਦੇ ਵਿੱਚ ਨਹੀਂ ਹੁੰਦਾ। ਇਹਦੇ ਵਿੱਚ ਕੁਛ ਸਟੈਪ ਚੱਲਦੇ ਹੈਗੇ ਆ ਜਿਹਦੇ ਵਿੱਚ ਕਿ ਪਹਿਲੇ ਗਲੂਕੋਜ਼ ਆ ਉਹ ਪੂਰੀ ਤਰ੍ਹਾਂ ਨਹੀਂ ਬ੍ਰੇਕ ਹੁੰਦੀ ਹੈਗੀ ਕਿਉਂਕਿ ਇਨਕੰਪਲੀਟ ਆਕਸੀਡੇਸ਼ਨ ਆ। ਠੀਕ ਹੈ, ਅਤੇ ਗਲੂਕੋਜ਼ ਇਨਕੰਪਲੀਟ ਆਕਸੀਡੇਸ਼ਨ ਦੇ ਦੌਰਾਨ ਪਾਇਰੂਵਿਕ ਐਸਿਡ ਦੇ ਵਿੱਚ ਕਨਵਰਟ ਹੋ ਜਾਂਦੀ। ਗਲੂਕੋਜ਼ ਕਿੰਨੀ ਹੁੰਦੀ 6 ਕਾਰਬਨ, ਪਾਇਰੂਵਿਕ ਐਸਿਡ ਦੇ ਵਿੱਚ ਉਹ 3 ਕਾਰਬਨ ਦੇ ਵਿੱਚ ਚੇਂਜ ਹੋ ਜਾਂਦੀ ਆ। ਠੀਕ ਹੈ, ਹੁਣ ਕਹਿੰਦੇ ਇਹਦੇ ਵਿੱਚ ਕੀ ਹੈਗਾ ਕੁਛ ਇੰਟਰਮੀਡੀਏਟ ਸਟੈਪਸ ਹੈਗੇ ਆ। ਠੀਕ ਹੈ, ਇਸ ਪੂਰੀ ਪ੍ਰੋਸੈਸ ਜਿਹਦੇ ਵਿੱਚ ਕਿ ਇੰਟਰਮੀਡੀਏਟ ਸਟੈਪਸ ਚੱਲਦੇ ਹੈਗੇ ਅਤੇ ਪਾਇਰੂਵਿਕ ਐਸਿਡ ਬਣਾਉਂਦੇ ਆ। ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ? TCA ਪਾਥਵੇ ਕਹਿੰਦੇ ਆ, ਗਲਾਈਕੋਲਿਸਿਸ, HMS ਪਾਥਵੇ ਔਰ ਕ੍ਰੇਬਸ ਸਾਈਕਲ। ਸਿੱਧੀ ਆਪਸ਼ਨ ਆਉਣੀ ਹੈਗੀ ਆ ਆਪਸ਼ਨ ਬੀ, ਗਲਾਈਕੋਲਿਸਿਸ ਕਹਿੰਦੇ ਹੈਗੇ ਆ ਆਪਾਂ ਇਹਨੂੰ। ਗਲਾਈਕੋਲਿਸਿਸ ਦਾ ਮਤਲਬ ਜਿਹੜੀ ਮਤਲਬ ਗਲੂਕੋਜ਼ ਹੈਗੀ ਆ ਉਹਦੀ ਲਿਸਿਸ ਯਾਨੀ ਕਿ ਬ੍ਰੇਕ ਹੋਣਾ। ਠੀਕ ਹੈ, ਸੋ 10 ਸਟੈਪਸ ਹੁੰਦੇ ਹੈਗੇ ਆ। 10 ਸਟੈਪਸ ਦੇ ਵਿੱਚ ਜਿਹੜੀ ਗਲੂਕੋਜ਼ ਹੈਗੀ ਆ ਉਹ ਕਨਵਰਟ ਹੁੰਦੀ ਹੈਗੀ ਆ ਪਾਇਰੂਵਿਕ ਐਸਿਡ ਦੇ ਵਿੱਚ। ਠੀਕ ਹੈ, ਪਾਇਰੂਵਿਕ ਐਸਿਡ ਦੇ ਵਿੱਚ ਜਿਹਦੇ ਵਿੱਚ ਕਿ ਕਾਰਬਨ 6 ਤੋਂ ਕਾਰਬਨ ਕਿੰਨੇ ਬਣਦੇ 3 ਕੰਪਾਊਂਡ ਬਣਦਾ ਹੈਗਾ। 3 ਕਾਰਬਨ ਵਾਲਾ ਕੰਪਾਊਂਡ ਬਣਦਾ ਪਾਇਰੂਵਿਕ ਐਸਿਡ। ਠੀਕ ਹੈ, ਸੋ ਇਹਦੀ ਆਪਸ਼ਨ ਆਉਣੀ ਹੈਗੀ ਆਪਣੇ ਕੋਲ ਗਲਾਈਕੋਲਿਸਿਸ ਆਉਣੀ ਆ ਆਪਸ਼ਨ ਬੀ। ਨੈਕਸਟ 27th है, how many ATP will be produced during the production of one molecule of acetylcholine from one molecule of pyruvic acid। कि एक मॉलिक्यूल अगर साढ़े तो पायरुविक एसिड का है वो तो असी एक मॉलिक्यूल बनाना है एसिटाइलकोलाइन का। सो उस दौरान किन्नी ATP जी हैगी एनर्जी प्रोड्यूस होंगी है ATP की फॉर्म च। ATP नूं असीं एनर्जी करेंसी कहते हैं। ठीक है, एडिनोसिन ट्राईफॉस्फेट किन्ने बनते हैं एक मॉलिक्यूल ऑफ पायरुविक एसिड तो एक मॉलिक्यूल एसिटाइलकोलाइन बनाने दे विच। ठीक है, कोलाइन बनाने दे विच हुण ਜਿਹੜਾ ਗਲੂਕੋਜ਼ ਹੁੰਦੀ ਆ। ਠੀਕ ਹੈ, ਜਿਹੜੀ ਗਲੂਕੋਜ਼ ਹੈ ਉਹ ਪਾਇਰੂਵਿਕ ਐਸਿਡ ਦੇ ਵਿੱਚ ਕਨਵਰਟ ਹੁੰਦੀ ਹੈਗੀ ਆ। ਠੀਕ ਹੈ, ਪਾਇਰੂਵਿਕ ਐਸਿਡ ਦੇ ਵਿੱਚ ਕਨਵਰਟ ਹੁੰਦੀ ਆ ਬਾਈ ਗਲਾਈਕੋਲਿਸਿਸ। ਠੀਕ ਹੈ, ਗਲਾਈਕੋਲਿਸਿਸ ਦੇ ਥਰੂ। ਇਹ ਆਪਾਂ ਪਿਛਲੇ ਕੁਐਸਚਨ 'ਚ ਹੀ ਕਰਕੇ ਹਟੇ ਹਾਂ। ਉਸ ਤੋਂ ਬਾਅਦ ਹੈ ਜਦੋਂ ਕਿ ਪਾਇਰੂਵਿਕ ਐਸਿਡ ਬਣ ਗਿਆ। ਠੀਕ ਹੈ, ਪਾਇਰੂਵਿਕ ਐਸਿਡ ਜਿਹੜਾ ਹੈ ਇਹ ਪਹਿਲੇ ਬਣਾਉਂਦਾ ਹੈਗਾ ਐਸੀਟਾਈਲਕੋਲਾइन ਮਤਲਬ ਪ੍ਰੋਡਕਟ ਤਿਆਰ ਕਰਦਾ ਆ ਕਿ ਇਹਦੇ ਵਿੱਚ ਕਰੈਬ ਸਾਈਕਲ ਦੇ ਵਿੱਚ। ਠੀਕ ਹੈ, ਕਰੈਬ ਸਾਈਕਲ ਚੱਲਦਾ ਹੈ, ਸਟਾਰਟ ਹੁੰਦਾ ਗਲਾਈਕੋਲਿਸਿਸ ਤੋਂ ਬਾਅਦ। ਕਰੈਬ ਸਾਈਕਲ ਦੇ ਵਿੱਚ ਜਿਹੜਾ ਪਾਇਰੂਵਿਕ ਐਸਿਡ ਹੈ ਉਹਨੇ ਕੀ ਬਣਾ ਦੇਣਾ ਆ ਐਸੀਟਾਈਲਕੋਲਾइन ਬਣਾਉਣਾ ਹੈਗਾ। ਠੀਕ ਹੈ, ਹੁਣ ਐਸੀਟਾਈਲਕੋਲਾइन ਬਣਾਉਣ ਦੇ ਟਾਈਮ 'ਤੇ ਜਿਹੜਾ NAD ਪੋਜ਼ੀਟਿਵ ਹੁੰਦਾ ਆ। ਠੀਕ ਹੈ, NAD ਪੋਜ਼ੀਟਿਵ ਆ ਇਹ ਕਨਵਰਟ ਹੁੰਦਾ ਆ NaDH2 ਦੇ ਵਿੱਚ। ਠੀਕ ਹੈ, NaDH2 ਦੇ ਵਿੱਚ ਕਨਵਰਟ ਹੁੰਦਾ, ਮਤਲਬ ਇਹ ਐਨਰਜੀ ਸਾਡੇ ਤੋਂ ਬਣਦੀ ਹੈਗੀ ਆ। ਠੀਕ ਹੈ, ਹੁਣ ਅਗਰ ਆਪਾਂ ਗੱਲ ਕਰੀਏ ਤਾਂ ਜਿਹੜਾ NaDH2 ਹੁੰਦਾ ਆ। ਠੀਕ ਹੈ, ਇਹ ਕਿਹਦੇ ਇਕੁਅਲ ਹੁੰਦਾ ਆ 3 ATP ਦੇ ਇਕੁਅਲ ਹੁੰਦਾ ਆ। ਠੀਕ ਹੈ, ਸੋ ਇਹਦਾ ਮਤਲਬ ਸਾਡੇ ਤੋਂ ਕਿੰਨੀ ਐਨਰਜੀ ਬਣੇਗੀ ਅਗਰ ਇੱਕ NaDH2 ਬਣਦਾ ਉਹ ਕਿਹਦੇ ਇਕੁਅਲ ਆ 3 ATP ਦੇ। ਹੁਣ NaDH ਤਾਂ ਸਾਨੂੰ ਕਿਹਾ ਨਹੀਂ, ਉਹਨਾਂ ਨੇ ਆਪਾਂ ਨੂੰ ਕਿਹਾ ATP 'ਚ ਐਨਰਜੀ ਦੱਸਣੀ ਆ। ਸੋ ਕਿੰਨੀ ਬਣੀ ਹੈਗੀ 3 ATP। ਇਸ ਕਰਕੇ ਆਪਸ਼ਨ A ਆ ਜਾਣੀ ਹੈਗੀ 27th ਦੀ। ਠੀਕ ਹੈ, ਨੈਕਸਟ ਹੈ 28th ਕੁਐਸਚਨ, ਆਕਸੀਡੇਟਿਵ ਫੋਸਫੋਰੀਲੇਸ਼ਨ ਇਜ਼ ਅ ਪ੍ਰੋਡਕਸ਼ਨ ਆਫ। ਕਿ ਆਕਸੀਡੇਟਿਵ ਫੋਸਫੋਰੀਲੇਸ਼ਨ ਕੀ ਕਾਹਦੀ ਪ੍ਰੋਡਕਸ਼ਨ ਕਰਦੀ ਹੈਗੀ ਆ? ATP in photosynthesis। ਫੋਟੋਸਿੰਥਸਿਸ ਦੇ ਵਿੱਚ ATP ਬਣਾਉਂਦੀ ਹੈਗੀ ਆ। ਫੋਟੋਸਿੰਥਸਿਸ 'ਚ NADPH ਬਣਾਉਂਦੀ ਆ। ਸੀ ਆਪਸ਼ਨ 'ਚ ਹੈ ਕਿ ਰੈਸਪੀਰੇਸ਼ਨ ਦੇ ਦੌਰਾਨ ATP ਬਣਦੀ ਆ ਜਾਂ ਰੈਸਪੀਰੇਸ਼ਨ ਦੇ ਵਿੱਚ NADH ਬਣਾਉਂਦੀ ਹੈਗੀ ਆ। ਠੀਕ ਹੈ, ਹੁਣ ਆਕਸੀਡੇਟਿਵ ਫੋਸਫੋਰੀਲੇਸ਼ਨ ਕੀ ਹੁੰਦੀ ਹੈਗੀ ਆ? ਆਕਸੀਡੇਟਿਵ ਯਾਨੀ ਕਿ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਫੋਸਫੋਰੀਲੇਸ਼ਨ ਹੁੰਦੀ ਹੈਗੀ ਆ ਜਿਹਦੇ ਵਿੱਚ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਜਿਹੜਾ ਹੈਗਾ ਉਹ ਫੰਕਸ਼ਨ ਕਰਦਾ ਹੈਗਾ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੁੰਦਾ ਹੈ ਆਕਸੀਡੇਟਿਵ ਫੋਸਫੋਰੀਲੇਸ਼ਨ ਦੇ ਵਿੱਚ ਆਕਸੀਜਨ ਨੂੰ ਏਰੋਬਿਕ ਰੈਸਪੀਰੇਸ਼ਨ ਦੇ ਦੌਰਾਨ ਆਕਸੀਜਨ ਜਿਹੜੀ ਹੈਗੀ ਆ ਉਹਨੂੰ ਯੂਜ਼ ਕਰਕੇ ATP ਪ੍ਰੋਡਕਸ਼ਨ ਹੁੰਦੀ ਹੈਗੀ ਆ। ਠੀਕ ਹੈ, ਐਨਰਜੀ ਬਣਦੀ ਹੈਗੀ ATP ਦੀ ਫਾਰਮ ਦੇ ਵਿੱਚ। ਠੀਕ ਹੈ, ਹੁਣ ਇਹ ਕਿਹੜੀ ਆ ਆਕਸੀਜਨ ਦੀ ਪ੍ਰੈਜ਼ੈਂਸ ਹੈਗੀ ਆ ਇਹਦੇ ਵਿੱਚ ਏਰੋਬਿਕ ਰੈਸਪੀਰੇਸ਼ਨ ਹੁੰਦੀ ਆ। ਠੀਕ ਹੈ, ਏਰੋਬਿਕ ਰੈਸਪੀਰੇਸ਼ਨ ਦੇ ਦੌਰਾਨ ਹੀ ਜਿਹੜੀ ATP ਦੀ ਫਾਰਮ 'ਚ ਐਨਰਜੀ ਬਣਦੀ ਆ। ਠੀਕ ਹੈ, ਹੁਣ ATP ਬਣਿਆ ਕਿਹਦੇ ਦੌਰਾਨ? ਏਰੋਬਿਕ ਕਿਹੜੀ? ਰੈਸਪੀਰੇਸ਼ਨ ਦੇ ਦੌਰਾਨ। ਸੋ ATP ਕਾਹਦੇ ਵਿੱਚ ਬਣਦਾ ਹੈ? ਰੈਸਪੀਰੇਸ਼ਨ ਦੇ ਵਿੱਚ ਬਣਦਾ। ਸੋ ਆਪਣੀ ਆਪਸ਼ਨ ਆ ਜਾਣੀ ਹੈਗੀ ਆ ਆਪਸ਼ਨ C 28th ਦੀ। ਠੀਕ ਹੈ, ਨੈਕਸਟ ਕੁਐਸਚਨ ਹੈ 29th ਕੁਐਸਚਨ, ट्रिपल फ्यूजन इन द कैप्सेला बर्सा पेस्टोरिस इज़ अफेक्टेड बाय। कि कैप्सेला बर्सा पेस्टोरिस जिहड़ा है
ਉਹਦੇ ਵਿੱਚ ਟ੍ਰਿਪਲ ਫਿਊਜ਼ਨ ਜਿਹੜੀ ਹੁੰਦੀ ਆ, ਠੀਕ ਹੈ, ਉਹ ਕਿਹਦੇ ਥਰੂ ਅਫੈਕਟ ਹੁੰਦੀ ਆ। ਟ੍ਰਿਪਲ ਫਿਊਜ਼ਨ ਕੀ ਹੁੰਦੀ ਹੁਣ, ਪਹਿਲੇ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਟ੍ਰਿਪਲ ਫਿਊਜ਼ਨ 'ਚ ਕੀ ਹੁੰਦਾ ਆ ਕਿ ਦੇਖੋ ਫਲਾਵਰਿੰਗ ਪਲਾਂਟਸ 'ਚ ਕੀ ਹੁੰਦਾ ਆ ਕਿ ਜਿਹੜੇ 2 ਮੇਲ ਗੈਮੀਟ ਬਣਦੇ ਹੈਗੇ ਆ ਪੋਲਨ ਗ੍ਰੇਨ ਦੇ ਵਿੱਚ, 2 ਮੇਲ ਗੈਮੀਟ ਜਿਹੜੇ ਹੈਗੇ ਆ ਉਹਦੀ ਪੋਲਨ ਟਿਊਬ ਦੇ ਵਿੱਚ ਬਣਦੇ ਹੈਗੇ ਆ, ਠੀਕ ਹੈ। ਹੁਣ ਇਹ 2 ਮੇਲ ਗੈਮੀਟ ਦੇ ਵਿੱਚੋਂ ਜਿਹੜਾ ਐਂਬਰੀਓ ਸੈਕ ਸੀ, ਠੀਕ ਹੈ, ਐਂਬਰੀਓ ਸੈਕ ਦੇ ਵਿੱਚ ਜਿਹੜਾ ਇੱਕ ਮੇਲ ਗੈਮੀਟ ਹੁੰਦਾ ਆ ਇਹਦੇ ਵਿੱਚੋਂ, ਉਹ ਇੱਕ ਮੇਲ ਗੈਮੀਟ ਇਹਦੇ ਵਿੱਚ ਐਗ ਸੈੱਲ ਦੇ ਨਾਲ, ਇੱਕ ਮੇਲ ਗੈਮੀਟ ਇੱਕ ਐਗ ਸੈੱਲ ਦੇ ਨਾਲ ਮਿਲੇਗਾ ਅਤੇ ਡਿਪਲੋਇਡ ਸਟਰਕਚਰ ਬਣਾ ਦੇਗਾ। ਇਹਨੂੰ ਅਸੀਂ ਬੋਲਦੇ ਸਿਨਗੈਮੀ, ਫਰਟੀਲਾਈਜੇਸ਼ਨ, ਠੀਕ ਹੈ। ਹੁਣ ਦੂਸਰਾ ਗੈਮੀਟ ਬਚਿਆ, ਜਿਹੜੇ ਸੈਕਿੰਡ ਗੈਮੀਟ ਹੈ ਉਹ ਗੈਮੀਟ ਇੱਥੇ ਸੈਂਟਰ ਸੈੱਲ ਦੇ ਪੋਲਰ ਨਿਊਕਲਾਈ ਦੇ ਨਾਲ ਫਿਊਜ਼ ਕਰ ਜਾਂਦਾ। ਪੋਲਰ ਨਿਊਕਲਾਈ ਹੁੰਦੇ 2 ਨਿਊਕਲਾਈ ਪ੍ਰੈਜ਼ੈਂਟ ਆ, ਠੀਕ ਹੈ, ਉਹ NN ਯਾਨੀ ਕਿ 2N ਹੈਗੇ ਆ ਉਹ, ਠੀਕ ਹੈ। ਪਲੱਸ ਜਦੋਂ ਅਸੀਂ ਇੱਕ ਮੇਲ ਗੈਮੀਟ ਮਤਲਬ ਨਾਲ ਉਹਦੇ ਇੱਕ ਗੈਮੀਟ ਨਾਲ ਉਹਦੇ ਫਿਊਜ਼ ਕਰਦਾ ਹੈ ਅਤੇ ਕੀ ਬਣ ਜਾਂਦਾ ਹੈਗਾ, ਇਹ 3N ਸਟਰਕਚਰ ਬਣ ਜਾਂਦਾ। 2N ਇਹ N ਇਹ 3N ਯਾਨੀ ਕਿ ਟ੍ਰਿਪਲ, ਠੀਕ ਹੈ, ਫਿਊਜ਼ਨ ਹੋਈ, ਟ੍ਰਿਪਲ ਫਿਊਜ਼ਨ ਇਹਨੂੰ ਬੋਲ ਦਿੰਦੇ ਆ। ਇਹਦੇ ਵਿੱਚ ਬਣਦਾ ਐਂਡੋਸਪਰਮ ਬਣਦਾ ਹੈ, ਠੀਕ ਹੈ। ਉਹਦੇ ਵਿੱਚ ਕੀ ਬਣਦਾ ਆ ਜ਼ਾਈਗੋਟ, ਅਤੇ ਇਹਦੇ ਵਿੱਚ ਕੀ ਬਣਦਾ ਆ ਐਂਡੋਸਪਰਮ ਬਣਦਾ ਆ, ਠੀਕ ਹੈ। ਇਸ ਤਰੀਕੇ ਨਾਲ ਟ੍ਰਿਪਲ ਫਿਊਜ਼ਨ ਹੁੰਦੀ ਹੈਗੀ ਆ, ਠੀਕ ਹੈ। ਹੁਣ ਕਿਹਦੇ ਨਾਲ ਅਫੈਕਟ ਹੁੰਦੀ ਆ, ਆਪਸ਼ਨ ਦੇਖ ਲੈਂਦੇ ਆ। ਫਿਊਜ਼ਨ ਆਫ ਮੇਲ ਗੈਮੀਟ ਵਿਦ ਐਗ, ਕਿ ਮੇਲ ਗੈਮੀਟ ਐਗ ਦੇ ਨਾਲ ਫਿਊਜ਼ ਕਰਦਾ ਆ, ਉਹਦੇ ਡਿਪਲੋਇਡ ਰਹਿ ਗਏ। ਫਿਊਜ਼ਨ ਆਫ ਮੇਲ ਗੈਮੀਟ, ਇੱਕ ਮੇਲ ਗੈਮੀਟ ਵਿਦ ਸਿਨਰਜਿਡ, ਸਿਨਰਜਿਡ ਵੀ ਉਹੀ ਹੁੰਦੇ ਹੈਗੇ ਆ, ਹੈਪਲੋਇਡ ਹੁੰਦੇ ਆ। ਦੈਨ ਫਿਊਜ਼ਨ ਆਫ ਮੇਲ ਗੈਮੀਟ ਵਿਦ ਨਿਊਸੇਲਰ ਸੈਲਸ, ਫਿਊਜ਼ਨ ਆਫ ਮੇਲ ਗੈਮੀਟ ਵਿਦ ਨਿਊਸੇਲਰ ਸੈਲ, ਮੇਲ ਗੈਮੀਟ ਹੈਗਾ N, ਨਿਊਸੇਲਸ ਜਿਹੜਾ ਪਾਰਟ ਹੁੰਦਾ ਉਹ ਨਿਊਸੇਲਸ ਅਤੇ ਐਮਬਰੀਓਸੈਕ ਦੇ ਬਾਹਰ ਵਾਲਾ ਪਾਰਟ ਹੁੰਦਾ ਨਾ, ਉਹਦੇ ਨਾਲ ਤਾਂ ਵੈਸੇ ਫਰਟੀਲਾਈਜੇਸ਼ਨ ਨਹੀਂ ਹੁੰਦੀ ਹੈਗੀ, ਠੀਕ ਹੈ। ਅਗਰ ਆਪਾਂ ਫਰਟੀਲਾਈਜੇਸ਼ਨ ਜਾਂ ਫਿਊਜ਼ਨ ਦੀ ਗੱਲ ਕਰੀਏ, ਨਿਊਸੇਲਰ ਦੇ ਨਾਲ ਸਿੰਪਲੀ ਨਹੀਂ ਹੁੰਦੀ ਹੈਗੀ, ਠੀਕ ਹੈ, ਉਹ ਅਲੱਗ ਪ੍ਰੋਸੈਸ ਹੁੰਦੀ ਹੈਗੀ ਆ ਜਿਹਦੇ 'ਚ ਹੁੰਦੀ ਆ। ਸੋ ਇਹ ਵੀ ਆਪਸ਼ਨ ਨਹੀਂ ਆਣੀ। ਫੋਰਥ ਆਪਸ਼ਨ ਹੈਗੀ ਫਿਊਜ਼ਨ ਆਫ ਮੇਲ ਗੈਮੀਟ ਵਿਦ ਸਕੈਂਡਰੀ ਨਿਊਕਲੀਅਸ, ਸਕੈਂਡਰੀ ਨਿਊਕਲੀਅਸ ਕਿਹਨੂੰ ਕਿਹਾ ਗਿਆ, ਪੋਲਰ ਨਿਊਕਲਾਈ ਨੂੰ, N+N ਜਿਹੜੇ ਹੈਗੇ, ਠੀਕ ਹੈ। ਸੋ ਇਹ ਕੀ ਕਰਦੇ ਆ, ਟ੍ਰਿਪਲ ਫਿਊਜ਼ਨ ਕਰ ਦਿੰਦੇ ਆ। ਇਹਦੀ ਆਪਸ਼ਨ ਆਣੀ ਹੈਗੀ ਆਪਸ਼ਨ D। ਨੈਕਸਟ ਕੁਐਸਚਨ ਹੈ ਵਿਚ ਵਨ ਆਫ ਦ ਫੋਲੋਇੰਗ ਫਰੂਟ ਇਜ਼ ਪ੍ਰੋਡਿਊਸਡ ਬਾਈ ਦ ਪ੍ਰੋਸੈਸ ਆਫ ਪਾਰਥੀਨੋਕਾਰਪੀ, ਕਿ ਪਾਰਥੀਨੋਕਾਰਪੀ ਦੇ ਥਰੂ ਕਿਹੜਾ ਫਰੂਟ ਪ੍ਰੋਡਿਊਸ ਹੁੰਦਾ ਹੈ, ਠੀਕ ਹੈ। ਪਾਰਥੀਨੋਕਾਰਪੀ ਕੀ ਹੁੰਦੀ ਆ, ਉਹ ਪ੍ਰੋਸੈਸ ਜਿਹਦੇ ਵਿੱਚ ਕਿ ਫਰੂਟ ਜਿਹੜਾ ਹੈਗਾ ਉਹ ਵਿਦਾਊਟ ਫਰਟੀਲਾਈਜੇਸ਼ਨ ਹੀ ਬਣ ਜਾਏ। ਵੈਸੇ ਕੀ ਹੁੰਦਾ ਆ ਕਿ ਫਰਟੀਲਾਈਜੇਸ਼ਨ ਦੀ ਪ੍ਰੋਸੈਸ ਹੁੰਦੀ, ਮੇਲ ਫੀਮੇਲ ਗੈਮੀਟ ਫਿਊਜ਼ ਕਰਦੇ, ਦੈਨ ਫਰਟੀਲਾਈਜੇਸ਼ਨ ਦੇ ਥਰੂ ਜਿਹੜੀ ਓਵਰੀ ਉਹ ਸਵੈਲ ਹੋ ਕੇ ਫਰੂਟ ਬਣਾਉਂਦੀ ਹੈਗੀ ਆ, ਹੈ ਨਾ, ਅਤੇ ਜਿਹੜੇ ਓਵਿਊਲਸ ਹੁੰਦੇ ਉਹ ਸੀਡ ਬਣਾਉਂਦੇ, ਇੱਦਾਂ ਹੀ ਫਰੂਟ ਬਣਦਾ। ਬਟ ਪਾਰਥੀਨੋਕਾਰਪੀ ਦੇ ਵਿੱਚ ਵਿਦਾਊਟ ਫਰਟੀਲਾਈਜੇਸ਼ਨ ਹੀ ਹੁੰਦੀ, ਸਿੱਧਾ ਫਰੂਟ ਫਾਰਮ ਹੋ ਜਾਂਦਾ ਹੈਗਾ, ਠੀਕ ਹੈ। ਔਰ ਉਹ ਫਰੂਟ ਦਾ ਕੀ ਹੁੰਦਾ, ਉਹ ਫਰੂਟ ਸੀਡਲੈਸ ਫਰੂਟ ਹੁੰਦਾ ਹੈ, ਠੀਕ ਹੈ, ਸੀਡਲੈਸ ਫਰੂਟ ਹੁੰਦਾ ਹੈ। ਹੁਣ ਇਹਨਾਂ ਦੀ ਆਪਸ਼ਨ ਦੇਖੀਏ, ਬ੍ਰਿੰਜਲ ਹੈ, ਐਪਲ ਹੈ, ਜੈਕ ਫਰੂਟ ਹੈ ਔਰ ਬਨਾਨਾ ਹੈ, ਠੀਕ ਹੈ। ਹੁਣ ਇਹਦੀ ਆਪਸ਼ਨ ਆਣੀ ਆਪਸ਼ਨ D, ਬਨਾਨਾ ਪਾਰਥੀਨੋਕਾਰਪਿਕ ਫਰੂਟ ਹੈ, ਠੀਕ ਹੈ, ਔਰ ਇਹ ਸੀਡਲੈਸ ਫਰੂਟ ਹੁੰਦਾ ਹੈ, ਇਹਦੇ ਵਿੱਚ ਸੀਡ ਨਹੀਂ ਪ੍ਰੋਡਿਊਸ ਹੁੰਦੇ, ਪਾਰਥੀਨੋਕਾਰਪੀ ਦੇ ਥਰੂ ਇਹ ਬਣਦਾ। ਅਗਰ ਆਪਾਂ ਬ੍ਰਿੰਜਲ ਦੇਖੀਏ ਚ ਸੀਡਸ ਹੁੰਦੇ ਆ, ਇਹਦੀ ਆਪਸ਼ਨ ਨਹੀਂ ਆਣੀ। ਐਪਲ ਫਾਲਸ ਫਰੂਟ ਹੈ, ਵੈਸੇ ਥੈਲਮਸ ਤੋਂ ਪ੍ਰੋਡਿਊਸ ਹੁੰਦਾ, ਇਹ ਵੀ ਵੈਸੇ ਸੀਡਸ ਹੁੰਦੀਆਂ ਇਹਦੇ ਵਿੱਚ, ਠੀਕ ਹੈ। ਜੈਕ ਫਰੂਟ ਵੀ ਨਹੀਂ, ਸੋ ਆਪਸ਼ਨ ਆਣੀ ਹੈਗੀ ਆਪਸ਼ਨ D, ਬਨਾਨਾ। ਨੈਕਸਟ ਹੈ ਮਾਸ ਆਫ ਦ ਨਿਊਟ੍ਰੀਟਿਵ ਮਟੀਰੀਅਲ ਆਊਟਸਾਈਡ ਦ ਐਮਬਰੀਓਸੈਕ ਇਜ਼ ਕਾਲਡ, ਕਿ ਜਿਹੜਾ ਐਮਬਰੀਓਸੈਕ ਦੇ ਬਾਹਰ ਵਾਲੀ ਸਾਈਡ 'ਤੇ ਜਿਹੜਾ ਨਿਊਟ੍ਰੀਟਿਵ ਮਟੀਰੀਅਲ ਇਕੱਠਾ ਹੁੰਦਾ ਉਹਨੂੰ ਅਸੀਂ ਕੀ ਕਹਿੰਦੇ ਹੈਗੇ ਆ, ਪੈਰੀਸਪਰਮ ਕਹਿੰਦੇ, ਐਕਟੋਡਰਮ ਕਹਿੰਦੇ, ਪੈਰਿਸ ਕਾਰਪ ਬੋਲਦੇ ਹੈਗੇ, ਕਿ ਪ੍ਰੋਟੋਪਲਾਜ਼ਮ ਕਹਿੰਦੇ ਹੈਗੇ ਆ, ਠੀਕ ਹੈ। ਇਹਦੀ ਆਪਸ਼ਨ ਆਣੀ ਹੈਗੀ ਆ ਆਪਸ਼ਨ E, ਪੈਰੀਸਪਰਮ ਕਿਹਾ ਜਾਂਦਾ ਹੈ, ਠੀਕ ਹੈ। ਹੁਣ ਐਮਬਰੀਓਸੈਕ ਕੀ ਹੁੰਦਾ, ਐਮਬਰੀਓਸੈਕ ਜਿਹੜਾ ਹੈ, ਠੀਕ ਹੈ, ਉਹਦੀ ਜਿਹੜਾ ਆ ਐਮਬਰੀਓਸੈਕ ਹੈ, ਠੀਕ ਹੈ, ਜਿਹਦੇ 'ਚ ਸਿਨਰਜਿਡ ਐਂਟੀਪੋਡਲ 2 ਪੋਲਰ ਨਿਊਕਲਾਈ ਆ, ਠੀਕ ਹੈ, ਉਹਦੇ ਆਸ-ਪਾਸ ਵਾਲਾ ਇੱਦਾਂ ਪ੍ਰੈਜ਼ੈਂਟ ਹੁੰਦੀਆਂ, ਠੀਕ ਹੈ, ਨਿਊਸੇਲਸ ਦੀ ਮੈਮਬਰੇਨਸ ਵਗੈਰਾ ਆਸ-ਪਾਸ ਪ੍ਰੈਜ਼ੈਂਟ ਹੁੰਦੀਆਂ ਵਾ, ਠੀਕ ਹੈ। ਸੋ ਇਹ ਕਹਿੰਦੇ ਕਿ ਇਹਦੇ ਆਊਟਸਾਈਡ ਨਿਊਟ੍ਰੀਟਿਵ ਮਟੀਰੀਅਲ ਜਿਹੜਾ ਇਹਨੂੰ ਕਰਦਾ ਹੈਗਾ, ਠੀਕ ਹੈ। ਹੁਣ ਫਰਟੀਲਾਈਜੇਸ਼ਨ ਤੋਂ ਬਾਅਦ ਇਹ ਜਿਹੜਾ ਇਹ ਵਾਲਾ ਆਸ-ਪਾਸ ਦਾ ਪਾਰਟ ਹੁੰਦਾ, ਅਗਰ ਇਹ ਬਚ ਜਾਂਦਾ ਆ ਤਾਂ ਇਹ ਪੈਰੀਸਪਰਮ ਫਾਰਮ ਕਰ ਦਿੰਦਾ, ਠੀਕ ਹੈ। ਸੋ ਇਹਦੀ ਆਪਸ਼ਨ ਆਣੀ ਹੈਗੀ ਪੈਰੀਸਪਰਮ, ਆਪਸ਼ਨ E। ਪੈਰੀਕਾਰਪ ਐਕਟੋਡਰਮ ਤਾਂ ਜਿਹੜੀ ਬਾਹਰ ਵਾਲੀ ਲੇਅਰ ਹੁੰਦੀ ਹੈਗੀ ਉਹ ਆ, ਇਹਦੇ ਵਿੱਚ ਇਹ ਨਹੀਂ ਆਉਣਾ, ਠੀਕ ਹੈ। ਪ੍ਰੋਟੋਪਲਾਜ਼ਮ ਵੀ ਨਹੀਂ ਆਉਣਾ। ਪੈਰੀਕਾਰਪ ਕੀ ਹੁੰਦਾ, ਪੈਰੀਕਾਰਪ ਜਿਹੜੀਆਂ ਫਰੂਟ ਦੀਆਂ ਲੇਅਰ ਹੁੰਦੀਆਂ ਵਾ, ਮੀਜ਼ੋਕਾਰਪ, ਐਂਡੋਕਾਰਪ, ਹੈ ਨਾ, ਉਹਨਾਂ ਸਾਰੀਆਂ ਨੂੰ ਮਿਲਾ ਕੇ ਪੈਰੀਕਾਰਪ ਬੋਲਦੇ ਆ। ਸੋ ਆਪਾਂ ਤਾਂ ਐਮਬਰੀਓਸੈਕ ਦੀ ਗੱਲ ਕਰ ਰਹੇ, ਫਰੂਟ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਹਾਂ, ਠੀਕ ਆ। ਸੋ ਇਹਦੀ ਆਪਸ਼ਨ ਆਣੀ ਆਪਸ਼ਨ E, ਪੈਰੀਸਪਰਮ। ਨੈਕਸਟ ਹੈ 32 question, in the albuminous seeds the food is stored in dash and non-albuminous seed food is stored in dash, ਕਿ albuminous seed ਦੇ ਵਿੱਚ ਫੂਡ ਕਾਹਦੇ ਵਿੱਚ ਹੁੰਦਾ ਸਟੋਰ, ਅਤੇ ਨੋਨ ਐਲਬੂਮੀਨਸ ਸੀਡ ਦੇ ਵਿੱਚ ਕਾਹਦੇ ਵਿੱਚ ਸਟੋਰ ਹੁੰਦਾ, ਠੀਕ ਹੈ। ਹੁਣ ਆਪਾਂ ਨੂੰ ਪਹਿਲੇ ਪਤਾ ਹੋਣਾ ਚਾਹੀਦਾ ਐਲਬੂਮੀਨਸ ਸੀਡਸ ਕੀ ਹੁੰਦੀਆਂ। ਐਲਬੂਮੀਨਸ ਸੀਡਸ ਉਹ ਹੁੰਦੀਆਂ ਜਿਨ੍ਹਾਂ ਦੇ ਵਿੱਚ ਕਿ ਜਿਹੜਾ ਐਂਡੋਸਪਰਮ ਹੈ, ਠੀਕ ਹੈ, ਐਂਡੋਸਪਰਮ ਪ੍ਰੈਜ਼ੈਂਟ ਹੁੰਦਾ ਨਾ, ਇੱਕ ਤਾਂ ਜਿੱਦਾਂ ਡਬਲ ਫਰਟੀਲਾਈਜੇਸ਼ਨ ਟ੍ਰਿਪਲ ਫਿਊਜ਼ਨ ਦੇ ਦੌਰਾਨ ਇੱਕ ਬਣਦਾ ਹੈਗਾ ਜ਼ਾਈਗੋਟ, ਠੀਕ ਹੈ, ਜ਼ਾਈਗੋਟ ਐਮਬਰੀਓ ਦੇ ਵਿੱਚ ਕਨਵਰਟ ਹੁੰਦਾ ਹੈ ਨਾ ਫਰਟੀਲਾਈਜੇਸ਼ਨ ਤੋਂ ਬਾਅਦ। ਔਰ ਜਿਹੜਾ ਐਂਡੋਸਪਰਮ ਹੁੰਦਾ ਆ, ਠੀਕ ਹੈ, ਐਂਡੋਸਪਰਮ ਯੂਜ਼ ਹੁੰਦਾ ਰਹਿੰਦਾ ਆ ਜ਼ਾਈਗੋਟ ਨੂੰ ਨਿਊਟ੍ਰੀਸ਼ਨ ਪ੍ਰੋਵਾਈਡ ਕਰਨ ਦੇ ਲਈ। ਸੋ ਅਗਰ ਤਾਂ ਐਂਡੋਸਪਰਮ ਬਚ ਜਾਏ, ਠੀਕ ਹੈ, ਐਂਡੋਸਪਰਮ ਅਗਰ ਬਚ ਜਾਏ ਤਾਂ ਉਹਨੂੰ ਅਸੀਂ ਬੋਲ ਦਿੰਦੇ ਹੈਗੇ ਆ ਐਲਬੂਮੀਨਸ ਸੀਡ। ਅਗਰ ਜਿਹੜਾ ਐਂਡੋਸਪਰਮ ਆ ਪਰਸਿਸਟ ਕਰਦਾ ਆ ਉਹਨੂੰ ਅਸੀਂ ਐਲਬੂਮੀਨਸ ਸੀਡ ਬੋਲਦੇ ਹੈਗੇ ਆ, ਠੀਕ ਹੈ। ਔਰ ਅਗਰ ਬਿਲਕੁਲ ਜਿਹੜਾ ਐਂਡੋਸਪਰਮ ਆ ਉਹ ਪੂਰੀ ਤਰ੍ਹਾਂ ਨਾਲ ਯੂਜ਼ ਹੋ ਜਾਂਦਾ ਆ ਇਹਦੇ ਐਮਬਰੀਓ ਨੂੰ ਡਿਵੈਲਪ ਕਰਨ ਦੇ ਵਿੱਚ ਹੀ, ਤਾਂ ਨਹੀਂ ਬਚਦਾ,
ठीक है। परसिस्ट नहीं करता तो ਉਹਨੂੰ ਅਸੀਂ ਨੋਨ ਐਲਬੂਮਿਨਸ ਸੀਡ ਬੋਲਦੇ, ਜਿੱਦਾਂ ਕਿ ਆਪਾਂ ਗੱਲ ਕਰ ਸਕਦੇ ਪੀ ਹੋ ਗਿਆ ਹੈ ਨਾ, ਮਟਰ ਔਰ ਬੀਨਸ ਵਗੈਰਾ ਹੋ ਗਏ, ਇਹਨਾਂ ਦੇ ਵਿੱਚ ਉਹ ਕੰਪਲੀਟਲੀ ਯੂਜ਼ ਹੋ ਜਾਂਦਾ। ਜਦ ਕਿ ਜਿਹੜੇ ਐਲਬੂਮਿਨਸ ਸੀਡਸ ਇਹਨਾਂ ਦੇ ਵਿੱਚ ਜਿੱਦਾਂ ਅਗਰ ਅਸੀਂ ਗੱਲ ਕਰ ਲਈਏ ਕੋਕੋਨਟ ਵਗੈਰਾ ਹੈ ਨਾ, ਉਹਦੇ 'ਚ ਐਂਡੋਸਪਰਮ ਪਰਸਿਸਟ ਕਰਦਾ ਹੈ। ਠੀਕ ਹੈ। ਸੋ ਇਹੀ ਆਪਾਂ ਦੱਸਣਾ ਕਿ ਅਗਰ ਐਲਬੂਮਿਨਸ ਸੀਡ ਹੈ ਤਾਂ ਫੂਡ ਕਿਹਦੇ ਵਿੱਚ ਸਟੋਰ ਹੋਏਗਾ, ਐਂਡੋਸਪਰਮ ਕੋਟਿਲਿਡਨ, ਕੋਟਿਲਿਡਨ ਐਂਡੋਸਪਰਮ, ਨਿਊਸੀਲਸ ਜਾਂ ਕੋਟਿਲਿਡਨ 'ਚ ਐਂਡੋਸਪਰਮ ਜਾਂ ਰੈਡੀਕਲ ਦੇ ਵਿੱਚ। ਦੇਖੋ ਐਲਬੂਮਿਨਸ ਸੀਡਸ 'ਚ ਤਾਂ ਸਟੋਰ ਹੋ ਜਾਏਗਾ, ਐਂਡੋਸਪਰਮ 'ਚ ਕਿਉਂਕਿ ਪਰਸਿਸਟ ਕਰਦਾ ਤਾਂ ਐਂਡੋਸਪਰਮ ਦੇ ਵਿੱਚ ਆ ਜਾਏਗਾ। ਠੀਕ ਹੈ। ਦੂਸਰਾ ਕੀ ਹੈਗਾ ਆ, ਨੋਨ ਐਲਬੂਮਿਨਸ ਸੀਡਸ ਜਿਹੜੀਆਂ ਹੁੰਦੀਆਂ ਜਿਨ੍ਹਾਂ 'ਚ ਐਂਡੋਸਪਰਮ ਬਚਿਆ ਨਹੀਂ, ਠੀਕ ਹੈ, ਉਹਨਾਂ ਦੇ ਵਿੱਚ ਅੱਗੇ ਕੀ ਬਣ ਜਾਂਦੇ, ਕੋਟਿਲਿਡਨ ਬਣ ਜਾਂਦੇ ਹੈਗੇ। ਕੋਟਿਲਿਡਨ ਮੋਨੋ ਜਾਂ ਡਾਈਕੋਟਿਲਿਡਨ ਬਣਦਾ। ਠੀਕ ਹੈ। ਹੁਣ ਇਹਦਾ ਮਤਲਬ ਕਿ ਜਿਹੜੀਆਂ ਨੋਨ ਐਲਬੂਮਿਨਸ ਸੀਡਸ ਹੁੰਦੀਆਂ ਉਹਨਾਂ ਦੇ ਵਿੱਚ ਉਹ ਕੋਟਿਲਿਡਨ 'ਚ ਸਟੋਰ ਹੋ ਜਾਏਗਾ। ਠੀਕ ਹੈ। ਸੋ ਇਹਦਾ ਮਤਲਬ ਸਾਡੇ ਕੋਲ ਆਪਸ਼ਨ ਕਿਹੜੀ ਆਏਗੀ, ਆਪਸ਼ਨ ए आएगी, एंडोस्पर्म और कॉटिलिडन। 33rd क्वेश्चन है, among the following process which one is not a method of vegetative propagation। vegetative propagation ਦਾ ਕਿਹੜਾ ਮੈਥਡ ਨਹੀਂ ਹੈਗਾ ਨੀਚੇ। vegetative propagation ਕੀ ਹੁੰਦੀ ਹੈ, ਜਦੋਂ ਪਲਾਂਟ ਦੇ ਕਿਸੇ ਵੀ ਪਾਰਟ ਤੋਂ ਕੋਈ ਨया ਪਲਾਂਟ ਗਰੋ ਕਰਵਾ ਲਿਆ ਜਾਏ। ਠੀਕ ਹੈ, ਉਹਨੂੰ ਅਸੀਂ ਬੋਲਦੇ ਹੈਗੇ vegetative propagation। ਠੀਕ ਹੈ। ਸੈਕਸ਼ੂਅਲ ਰਿਪਰੋਡਕਸ਼ਨ ਦਾ ਇੱਕ ਪਾਰਟ ਆ ਜਾਂਦਾ, ਬਟ ਇਹ ਕਿਸੇ ਪਲਾਂਟ ਦੇ ਪਾਰਟ ਤੋਂ ਡਿਵੈਲਪਮੈਂਟ ਹੁੰਦੀ ਹੈਗੀ ਆ। ਠੀਕ ਹੈ, ਨਈ ਪਲਾਂਟ ਦੀ। ਹੁਣ ਬਡਿੰਗ ਹੈ, ਬਡਿੰਗ ਬਿਲਕੁਲ ਵੈਜੀਟੇਟਿਵ ਪ੍ਰੋਪੇਗੇਸ਼ਨ 'ਚ ਪੜ੍ਹਦੇ ਹਾਂ ਆਪਾਂ। ਲੇਅਰਿੰਗ ਉਹ ਵੀ ਪੜ੍ਹਦੇ ਹੈਗੇ। ਸੋਇੰਗ ਦੈਨ ਟਿਸ਼ੂ ਕਲਚਰ, ਟਿਸ਼ੂ ਕਲਚਰ ਵੀ ਪੜ੍ਹਦੇ ਹੈਗੇ ਆ। ਠੀਕ ਹੈ। ਸੋ ਇਹਦੀ ਆਪਸ਼ਨ ਆਣੀ ਆਪਸ਼ਨ ਸੀ, ਸੂਇੰਗ। ਸੂਇੰਗ ਜਿਹੜਾ ਵੈਜੀਟੇਟਿਵ ਪ੍ਰੋਪੇਗੇਸ਼ਨ ਮੈਥਡ ਨਹੀਂ ਹੈਗਾ। ਠੀਕ ਹੈ, ਨੈਚੁਰਲ ਪ੍ਰੋਸੈਸ ਹੈ ਇਹ ਆਪਾਂ ਕਰਦੇ ਹੈਗੇ ਆ। ਠੀਕ ਹੈ। ਸੂਇੰਗ ਬੀਜਣਾ ਸਿੱਧਾ, ਉਹ ਜਿਹੜੀ ਹੈਗੀ ਉਹ ਟਿਸ਼ੂ ਕਲਚਰ, ਲੇਅਰਿੰਗ ਜਾਂ ਬਡਿੰਗ ਤੋਂ ਅਲੱਗ ਹੈਗੀ ਆ, ਵੈਜੀਟੇਟਿਵ ਪ੍ਰੋਪੇਗੇਸ਼ਨ ਦਾ ਪਾਰਟ ਨਹੀਂ ਹੈ। ਆਪਸ਼ਨ ਸੀ। ਨੈਕਸਟ ਹੈ 34th ਕੁਐਸਚਨ, ਦ ਡਿਪੋਜੀਸ਼ਨ ਆਫ ਦ ਪੋਲਨ ਔਨ ਦ ਸਟਿਗਮਾ ਆਫ ਦ ਅਨਦਰ ਫਲਾਰ ਆਫ ਦ ਸੇਮ ਪਲਾਂਟ ਇਜ਼ ਨੋਨ ਐਜ਼। ਕਿ ਅਗਰ ਕਹਿੰਦੇ ਕਿ ਜਿਹੜਾ ਪੋਲਨ ਹੈ, ਠੀਕ ਹੈ, ਪੋਲਨ ਹਮੇਸ਼ਾ ਪੋਲਨ ਗ੍ਰੇਨ ਸਟਿਗਮਾ ਦੇ ਉੱਤੇ ਲੈਂਡ ਕਰਦਾ ਪੋਲੀਨੇਸ਼ਨ ਦੇ ਲਈ। ਠੀਕ ਹੈ। ਬਟ ਕਹਿੰਦੇ ਕਿ ਜਿਹੜਾ ਪੋਲਨ ਗ੍ਰੇਨ ਹੈ, ਠੀਕ ਹੈ, ਉਹ ਇੱਥੇ ਫਲਾਰ ਬਣਾ ਲੈਂਦੇ ਆਪਾਂ ਇਸ ਤਰੀਕੇ ਨਾਲ। ਠੀਕ ਹੈ। ਹੁਣ ਕਹਿੰਦੇ ਕਿ ਡਿਪੋਜੀਸ਼ਨ ਆਫ ਪੋਲਨ ਔਨ ਸਟਿਗਮਾ ਆਫ ਅਨਦਰ ਫਲਾਰ ਆਫ ਸੇਮ ਪਲਾਂਟ, ਪਲਾਂਟ ਇਹਦਾ ਸੇਮ ਹੀ ਹੈ ਬਟ ਅਨਦਰ ਫਲਾਰ, ਇਹਦੇ ਪੋਲਨ ਇਹਦੇ ਸਟਿਗਮਾ ਤੇ ਚਲੇ ਗਏ। ਠੀਕ ਹੈ, ਇਹਦੇ ਸਟਿਗਮਾ ਨੇ ਬੀਅਰ ਕਰ ਲਏ। ਸੋ ਇਹ ਕਿਹੜੀ ਪੋਲੀਨੇਸ਼ਨ ਹੋਏਗੀ, ਹੈਗੀ ਤਾਂ ਇਹ ਸੈਲਫ ਪੋਲੀਨੇਸ਼ਨ ਦਾ ਪਾਰਟ ਹੀ ਹੈ, ਬਟ ਕਿਹੜਾ ਵਾ, ਹੋਮੋਗੈਮੀ ਹੈ, डाइकोगैमी है, जिटनोगैमी कि जैनोगैमी है। देखो जैनोगैमी तो बिल्कुल नहीं हो सकती, क्रॉस पॉलीनेशन होंगी है। ठीक है। डाइकोगैमी भी नहीं हैगी, होमोगैमी भी नहीं हैगी, ये हैगी जिटनोगैमी। ठीक है। हुण जिटनोगैमी की हुंदी है, जदों कि फ्लार दे मान लो ये एक ही फ्लार आ, सेम प्लांट का सेम फ्लार आ, ਉਹਦੇ ਪੋਲਨ ਉਹਦੇ ਸਟਿਗਮਾ ਨੇ ਬੀਅਰ ਕੀਤੇ ਹੈਗੇ ਆ, ਤਾਂ ਇਹਨੂੰ ਸੈਲਫ ਪੋਲੀਨੇਸ਼ਨ ਕਵਾਂਗੇ, ਆਟੋਗੈਮੀ ਕਵਾਂਗੇ, ਸੈਲਫ ਪੋਲੀਨੇਸ਼ਨ ਦੀ ਆਟੋਗੈਮੀ। ਪਰ ਅਗਰ ਇੱਕ ਪਲਾਂਟ ਦੇ ਇੱਕ ਫਲਾਰ ਦੇ ਪੋਲਨ ਦੂਸਰੇ ਫਲਾਰ ਤੇ ਸਟਿਗਮਾ ਤੱਕ ਚਲੇ ਜਾਂਦੇ ਆ ਤੇ ਉੱਥੇ ਪੋਲੀਨੇਸ਼ਨ ਕਰਦੇ, ਇਹਨੂੰ ਅਸੀਂ ਬੋਲਦੇ ਜ਼ਿਟਨੋਗੈਮੀ। ਠੀਕ ਹੈ। ਔਰ ਜਦੋਂ ਅਲੱਗ-ਅਲੱਗ ਤੋਂ ਹੁੰਦੀ ਆ, ਅਲੱਗ ਪਲਾਂਟ ਅਲੱਗ ਫਲਾਰ, ਤਾਂ ਉਹ ਕੀ ਹੁੰਦੀ ਹੈ, ਜ਼ੈਨੋਗੈਮੀ। ਠੀਕ ਹੈ। ਸੋ ਇਹਦੀ ਆਪਸ਼ਨ ਆਣੀ ਜ਼ਿਟਨੋਗੈਮੀ, ऑप्शन सी। नैक्सट है 35th क्वेश्चन, लाइजोसोम आर नोन एज अ सुसाइडल बैग बिकॉज ऑफ। लाइजोसोम्स ਨੂੰ ਅਸੀਂ ਸੁਸਾइडल बैग क्यों ਕਹਿੰਦੇ ਹੈਗੇ ਆ। फस्ट ऑप्शन है, ਪਹਿਲੇ ਤਾਂ ਲਾਈਜ਼ੋਜ਼ਾਈਮ ਕੀ ਹੁੰਦੇ, ਸੈੱਲ ਦੇ ਅੰਦਰ ਆਪਾਂ ਪੜ੍ਹਦੇ ਹਾਂ ਨਾ ਕਿ ਸੈੱਲ ਦੇ ਅੰਦਰ ਕਈ ਸਾਰੀਆਂ ਆਰਗੇਨੇਲੀਜ਼ ਹੁੰਦੀਆਂ ਹੈਗੀਆਂ ਸਾਈਟੋਪਲਾਜ਼ਮ ਤੋਂ ਇਲਾਵਾ, ਜਿਵੇਂ ਗੋਲਜੀ अपरेटस हो गया। ठीक है। गोल्जी बॉडीज़, ER हो गया, एंडोप्लाज्मिक रेक्टिकुलम हो गए। ठीक है। वैक्यूल्स हो गए, ਉਹਦੀ ਲਾਈਜ਼ੋਜ਼ੋम्स ਪ੍ਰੈਜ਼ੈਂਟ ਹੁੰਦੇ ਉਹਦੇ ਵਿੱਚ, ਇਹਨਾਂ ਨੂੰ ਸੁਸਾइडल बैग ਕਹਿੰਦੇ ਹੈਗੇ ਆਪਾਂ। ਠੀਕ ਹੈ। ਕਿਉਂ, ਪੈਰਾਸਾਈਟਿਕ ਐਕਟੀਵਿਟੀ ਹੈ, ਪ੍ਰੈਜ਼ੈਂਸ ਆਫ ਫੂਡ ਵੈक्यूल्स ਹੈ, ਇਹਦੇ ਵਿੱਚ ਫੂਡ ਵੈक्यूल ਪ੍ਰੈਜ਼ੈਂਟ ਹੁੰਦੇ ਆ, ਹਾਈਡਰੋਲਿਟਿਕ ਐਕਟੀਵਿਟੀ ਹੈ ਕਿ ਕੈਟਾਲਿਟਿਕ ਐਕਟੀਵਿਟੀ ਆ। ਹੁਣ ਦੇਖੋ ਲਾਈਜ਼ੋਜ਼ੋम्स ਜਿਹੜੇ ਹੁੰਦੇ ਆ ਨਾ, ਇਹ ਸੈਲਸ ਜਿਹੜੀ ਮਤਲਬ ਹਾਰਮਫੁਲ ਸੈਲਸ ਹੁੰਦੇ ਆ ਜਾਂ ਹਾਰਮਫੁਲ ਪਾਰਟੀਕਲਸ ਹੁੰਦੇ ਉਹਨਾਂ ਨੂੰ ਖਤਮ ਕਰਦੇ ਹੈਗੇ ਆ। ਠੀਕ ਹੈ। ਇਸ ਤੋਂ ਇਲਾਵਾ ਕਰਦੇ ਹੈਗੇ ਸੁਸਾइडल बैग ਇਸ ਕਰਕੇ ਕਹਿੰਦੇ ਕਿਉਂਕਿ ਇਹਨਾਂ ਦੇ ਵਿੱਚ ਹਾਈਡਰੋਲਿਟਿਕ ਐਕਟੀਵਿਟੀਜ਼ ਹੁੰਦੀਆਂ ਵਾ। ਠੀਕ ਹੈ। ਹੁਣ ਹਾਈਡਰੋਲਿਟਿਕ ਐਕਟੀਵਿਟੀ ਦਾ ਮਤਲਬ ਲਿਸਿਸ ਮਤਲਬ ਤੋੜਨਾ। ਠੀਕ ਹੈ। ਕਿ ਜਦੋਂ ਇਹਦੇ ਵਿੱਚ ਬ੍ਰੇਕ ਡਾਊਨ ਹੁੰਦੀ ਹੈਗੀ ਆ ਹਾਈਡਰੋਲਿਟਿਕ ਐਕਟੀਵਿਟੀਜ਼ ਦੇ ਵਿੱਚ, ਜਿਹੜਾ ਪ੍ਰੋਟੀਨ ਜਾਂ ਕਾਰਬੋਹਾਈਡਰੇਟ ਜਾਂ ਲਿਪਿਡਸ ਜਿਹੜੇ ਹੁੰਦੇ ਆ ਉਹ ਬ੍ਰੇਕ ਹੁੰਦੇ ਐਨਜ਼ਾਈਮ ਦੀ ਪ੍ਰੈਜ਼ੈਂਸ ਦੇ ਨਾਲ। ਠੀਕ ਹੈ। एंजाइम्स ਪ੍ਰੈਜ਼ੈਂਟ ਹੁੰਦੇ, ਲਾਈਪੇਜ਼ ਵਗੈਰਾ ਐਨਜ਼ਾਈਮ, ਹਾਈਡਰੋਲਿਟਿਕ ਐਨਜ਼ਾਈਮਸ। ਠੀਕ ਹੈ। ਪ੍ਰੋਟੋਲਿਟਿਕ ਐਨਜ਼ਾਈਮਸ ਪ੍ਰੈਜ਼ੈਂਟ ਹੁੰਦੇ ਹੈਗੇ ਆ, ਜਿਹੜੇ ਕਿ ਐਸਿਡਿਕ pH 5 pH ਦੇ ਉੱਤੇ ਕੀ ਕਰਦੇ ਹੈਗੇ ਆ, ਹਾਈਡਰੋਲਿਟਿਕ ਐਕਟੀਵਿਟੀ ਕਰਦੇ ਆ, ਪ੍ਰੋਟੀਨ, ਕਾਰਬੋਹਾਈਡਰੇਟ, ਲਿਪਿਡਸ ਵਗੈਰਾ ਨੂੰ ਤੋੜਦੇ ਹੈਗੇ ਆ। ਠੀਕ ਹੈ। ਇਸ ਕਰਕੇ ਆਪਾਂ ਕਹਿ ਦਿੰਦੇ ਹੈਗੇ ਆ ਕਿ ਇਹਨਾਂ ਦੇ ਵਿੱਚ ਕੀ ਹੁੰਦੀ ਹੈ, ਹਾਈਡਰੋਲਿਟਿਕ ਐਕਟੀਵਿਟੀ ਹੁੰਦੀ ਆ। ਠੀਕ ਹੈ। ਆਪਸ਼ਨ ਸੀ। ਨੈਕਸਟ ਕੁਐਸਚਨ ਹੈ 36th ਕੁਐਸਚਨ, ਵਿਚ ਸੈਲ ਆਰਗੇਨਲੀ ਇਜ਼ ਇਨਵੋਲਵਡ ਇਨ ਐਪੋਪਟੋਸਿਸ। ਠੀਕ ਹੈ। ਹੁਣ ਕਹਿੰਦੇ ਕਿ ਕਿਹੜੀ ਸੈਲ ਆਰਗੇਨਲੀ ਜਿਹੜੀ ਹੈਗੀ ਆ ਉਹ ਐਪੋਪਟੋਸਿਸ ਦੇ ਵਿੱਚ ਇਨਵੋਲਵ ਹੁੰਦੀ ਹੈਗੀ ਆ। ਠੀਕ ਹੈ। ਐਪੋਪਟੋਸਿਸ ਕੀ ਹੁੰਦਾ, ਐਪੋਪਟੋਸਿਸ ਉਹ ਪ੍ਰੋਸੈਸ ਹੈਗੀ ਆ ਜਿਹਦੇ ਵਿੱਚ ਕਿ ਜਿਹਦੇ ਸੈੱਲ ਦੇ ਵਿੱਚ ਕਈ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਹੈਗੀਆਂ ਔਰ ਉਹਨਾਂ ਐਕਟੀਵਿਟੀਜ਼ ਦੀ ਵਜ੍ਹਾ ਨਾਲ ਸੈੱਲ ਦੇ ਕਰੈਕਟਰਿਸਟਿਕ 'ਚ ਕੋਈ ਚੇਂਜ ਆਉਂਦਾ ਆ ਅਤੇ ਉਹਦੇ ਜਿਹੜੇ ਸੈੱਲ ਡੈਥ ਹੋ ਜਾਂਦੀ ਹੈਗੀ ਆ। ਠੀਕ ਹੈ। ਹੁਣ ਉਹਨੂੰ ਅਸੀਂ ਬੋਲਦੇ ਹੈਗੇ ਐਪੋਪਟੋਸਿਸ। ਠੀਕ ਹੈ। ਕਿ ਕਈ ਸਾਰੀਆਂ ਬਾਇਓਕੈਮੀਕਲ ਐਕਟੀਵਿਟੀਜ਼ ਦੀ ਵਜ੍ਹਾ ਦੇ ਨਾਲ ਸੈੱਲ ਦੀ ਕਰੈਕਟਰਿਸਟਿਕਸ ਚੇਂਜ ਹੋਣ ਕਰਕੇ ਸੈੱਲ ਡੈਥ ਹੋ ਜਾਂਦੀ ਹੈਗੀ ਆ। ਜਿੱਦਾਂ ਕਿ ਸੈੱਲ ਸ਼ਰਿੰਕ ਵੀ ਕਰ ਸਕਦਾ, ਬਲੀਡਿੰਗ ਹੋ ਸਕਦੀ ਹੈ ਨਾ ਪਲਾਂਟ ਸੈਲਸ ਦੇ ਵਿੱਚ। ਤੋ ਇਹਨੂੰ ਅਸੀਂ ਐਪੋਪਟੋਸਿਸ ਬੋਲ ਦਿੰਦੇ ਹਾਂ। ਕਹਿੰਦੇ ਕਿਹੜੀ ਸੈੱਲ ਆਰਗੇਨਲ ਜਿਹੜੀ ਹੈਗੀ ਆ ਉਹ ਇਨਵੋਲਵ ਹੁੰਦੀ ਹੈ ਐਪੋਪਟੋਸਿਸ ਦੇ ਲਈ, ਲਾਈਜ਼ੋਜ਼ੋਮ ਹੈ, ਐਂਡੋਪਲਾਜ਼ਮਿਕ ਰੈਕਟੀਕੂਲਮ ਹੈ, ਗੋਲਜੀ ਆਪਰੇਟਸ ਹੈ, ਠੀਕ ਹੈ, ਜਾਂ ਮਾਈਟੋਕੌਂਡਰੀਆ ਹੈ। ਸੋ ਇਹਦੀ ਆਪਸ਼ਨ ਆਣੀ ਹੈਗੀ ਆ ਸਾਡੇ ਤੋਂ ਆਪਸ਼ਨ ਡੀ। ਠੀਕ ਹੈ।
ਮਾਈਟੋਕੌਂਡਰੀਆ ਜਿਹੜਾ ਹੈਗਾ ਆ ਇਹ ਐਪੋਪਟੋਸਿਸ ਦੇ ਵਿੱਚ ਇਨਵੋਲਵ ਹੁੰਦਾ ਆ, ਠੀਕ ਹੈ। ਨੈਕਸਟ ਹੈਗਾ ਆ 37th ਕੁਐਸਚਨ, ਥਿਓਰੀ ਆਫ ਇਨਹੈਰੀਟੈਂਸ ਆਫ ਐਕਵਾਇਰਡ ਕਰੈਕਟਰਸ ਵਾਸ ਗਿਵਨ ਬਾਈ, ਕਿ ਕਿੰਨੇ ਇਹ ਥਿਓਰੀ ਦਿੱਤੀ ਸੀ, ਥਿਓਰੀ ਆਫ ਇਨਹੈਰੀਟੈਂਸ ਆਫ ਐਕਵਾਇਰਡ ਕਰੈਕਟਰਸ ਦੀ ਥਿਓਰੀ ਕਿਹਨੇ ਦਿੱਤੀ ਸੀ, ਵਾਲੇਸ ਨੇ, ਡਾਰਵਿਨ ਨੇ, ਹਿਊਗੋ ਡੀ ਵਰਾਈਸ ਨੇ ਕਿ ਲੇਮਾਰਕ ਨੇ ਦਿੱਤੀ ਸੀਗੀ। ਸੋ ਇਹਦੀ ਆਪਸ਼ਨ ਆਣੀ ਹੈਗੀ ਆ ਆਪਸ਼ਨ ਡੀ, ਠੀਕ ਹੈ, ਕਿ ਜਿਹੜਾ ਲੇਮਾਰਕ ਸੀਗਾ, ਲੇਮਾਰਕ ਨੇ ਸਾਨੂੰ ਇਹਦੇ ਬਾਰੇ ਦੱਸਿਆ ਸੀਗਾ, ਥਿਓਰੀ ਆਫ ਇਨਹੈਰੀਟੈਂਸ ਆਫ ਐਕਵਾਇਰਡ ਕਰੈਕਟਰਸ, ਠੀਕ ਹੈ, ਕਿ ਐਕਵਾਇਰਡ ਕਰੈਕਟਰਸ ਜਿਹੜੇ ਹੈਗੇ ਆਉਗੇ ਜਿਹੜੇ ਹੈਗੇ ਇਨਹੈਰੀਟੈਂਸ 'ਚ ਪਾਰਟੀਸਪੇਟ ਕਰਦੇ ਆ। 38th ਕੁਐਸਚਨ ਕੀ ਹੈਗਾ ਆ, ਸਮਾਲ ਅਮਾਊਂਟ ਆਫ ਦ ਲੀਥਲ ਮੁਟੇਸ਼ਨ ਇਜ਼ ਆਲਵੇਜ਼ ਪ੍ਰੈਜ਼ੈਂਟ ਇਨ ਦ ਪੋਪੂਲੇਸ਼ਨ ਡਿਊ ਟੂ ਵਿਚ ਵਨ ਆਫ ਦ ਫੋਲੋਇੰਗ ਰੀਜ਼ਨਸ, ਕਿ ਹਮੇਸ਼ਾ ਕੁਛ ਨਾ ਕੁਛ ਜਿਹੜੀ ਹੈਗੀ ਆ ਲੀਥਲ ਮੁਟੇਸ਼ਨ ਚੱਲਦੀ ਰਹਿੰਦੀ ਆ ਪੋਪੂਲੇਸ਼ਨ ਦੇ ਵਿੱਚ, ਥੋੜ੍ਹੀ ਬਹੁਤ ਲੀਥਲ ਮੁਟੇਸ਼ਨ ਜਿਹੜੀ ਆ ਚੱਲਦੀ ਰਹਿੰਦੀ ਆ, ਕਿਹਨਾਂ ਰੀਜ਼ਨਸ ਦੀ ਵਜ੍ਹਾ ਨਾਲ, ਪੋਜ਼ੀਟਿਵ ਸਿਲੈਕਸ਼ਨ ਨਾਲ, ਨੈਗੇਟਿਵ ਸਿਲੈਕਸ਼ਨ ਨਾਲ, ਫ੍ਰੀਕੁਐਂਸੀ ਡਿਪੈਂਡੈਂਟ ਸਿਲੈਕਸ਼ਨ ਦੇ ਨਾਲ, ਮੁਟੇਸ਼ਨ ਸਿਲੈਕਸ਼ਨ ਬੈਲੈਂਸ ਦੇ ਕਰਕੇ। ਸੋ ਇਹਦੀ ਆਪਸ਼ਨ ਆਣੀ ਹੈਗੀ ਆ ਆਪਸ਼ਨ ਡੀ, ਠੀਕ ਹੈ, ਮੁਟੇਸ਼ਨ ਸਿਲੈਕਸ਼ਨ ਬੈਲੈਂਸ ਜਿਹੜਾ ਹੁੰਦਾ ਆ ਉਹਦੀ ਵਜ੍ਹਾ ਦੇ ਨਾਲ ਜਿਹੜੀ ਮੁਟੇਸ਼ਨ ਜਿਹੜੀ ਹੈਗੀ ਆ ਉਹ ਚੱਲਦੀ ਰਹਿੰਦੀ ਪੋਪੂਲੇਸ਼ਨ ਦੇ ਵਿੱਚ, ਤਾਂ ਕਿ ਉਹਨਾਂ ਦੇ ਵਿੱਚ ਜਿਹੜਾ ਪੂਰੀ ਜਿਹੜਾ ਸਿਸਟਮ ਆ ਉਹ ਚੱਲਦਾ ਰਹੇ ਸਰਵਾਈਵ ਕਰਨ ਦੇ ਲਈ। ਨੈਕਸਟ ਹੈਗਾ ਆ 39th ਕੁਐਸਚਨ ਆ, ਹੂ ਸ਼ੋਡ ਦ ਸੈਕਰੋਮਾਈਸਿਸ ਸਰਵੀਸੀਆਈ ਕਾਜ਼ ਦ ਫਰਮੈਂਟੇਸ਼ਨ ਫਾਰਮਿੰਗ ਦ ਪ੍ਰੋਡਕਟ ਸਚ ਐਜ਼ ਦ ਬੀਅਰ ਐਂਡ ਬਟਰ ਮਿਲਕ। ਹੁਣ ਕਹਿੰਦੇ ਕਿ ਕਿਹੜਾ ਇਹ ਪਰਸਨ ਸੀਗਾ ਜਿਹਨੇ ਸਾਨੂੰ ਇਹ ਦੱਸਿਆ ਸੀਗਾ ਕਿ ਜਿਹੜੇ ਸੈਕਰੋਮਾਈਸਿਸ ਸਰਵੀਸੀਆਈ ਆ ਨਾ ਉਹ ਫਰਮੈਂਟੇਸ਼ਨ ਕਾਜ਼ ਕਰਦਾ ਆ ਅਤੇ ਬੀਅਰ ਜਾਂ ਬਟਰ ਮਿਲਕ ਵਰਗੇ ਪ੍ਰੋਡਕਟ ਉਹਦੇ ਤੋਂ ਤਿਆਰ ਹੁੰਦੇ ਆ। ਲੂਇਸ ਪਾਸਚਰ ਨੇ ਕਿਹਾ ਸੀ, ਅਲੈਗਜ਼ੈਂਡਰ ਫਲੇਮਿੰਗ ਨੇ ਕਿਹਾ ਸੀ, ਸਾਲਮਨ ਵੌਕਸਮੈਨ ਨੇ ਕਿਹਾ ਸੀ, ਜਾਂ ਸ਼ਾਂਤ ਨੇ ਕਿਹਾ ਸੀਗਾ। ਸੋ ਦੀ ਆਪਸ਼ਨ ਆਣੀ ਹੈਗੀ ਆ ਆਪਸ਼ਨ ਏ, 39th ਦੀ ਆਪਸ਼ਨ ਏ ਆਣੀ ਹੈਗੀ ਕਿ ਜਿਹੜਾ ਲੂਇਸ ਪਾਸਚਰ ਆ ਉਹਨੇ ਸਾਨੂੰ ਇਹ ਦੱਸਿਆ ਸੀ ਕਿ ਸੈਕਰੋਮਾਈਸਿਸ ਸਰਵੀਸੀਆਈ ਜਿਹੜਾ ਹੈਗਾ ਆ ਇਹ ਫਰਮੈਂਟੇਸ਼ਨ ਕਾਜ਼ ਕਰਦਾ, ਦੈਨ ਬੀਅਰ ਜਾਂ ਬਟਰ ਮਿਲਕ ਵਗੈਰਾ ਜਿਹੜੇ ਵਾਈਨ ਵਗੈਰਾ ਇਹ ਪ੍ਰੋਡਕਟ ਤਿਆਰ ਕਰਦਾ ਆ। 40th ਕੁਐਸਚਨ ਹੈ, ਵਿਚ of the following antibiotics was extensively used to treat the American soldiers wounded in the World War II, ਕਿ World War II ਜਦੋਂ ਹੋਈ ਸੀਗੀ ਉਦੋਂ ਅਮਰੀਕਨ ਸੋਲਜਰਸ ਨੂੰ ਜਿਹੜੀਆਂ ਚੋਟ ਲੱਗੀ ਸੀ ਜਾਂ ਉਹਨਾਂ ਨੂੰ ਕੋਈ ਵੀ ਦਿੱਕਤ ਸੀਗੀ ਉਸ ਟਾਈਮ 'ਤੇ ਉਹਨਾਂ ਨੂੰ ਕਿਹੜੀ ਐਂਟੀਬਾਇਓਟਿਕ ਜਿਹੜੀ ਸੀ ਟਰੀਟ ਕਰਨ ਦੇ ਲਈ ਯੂਜ਼ ਕੀਤੀ ਗਈ, ਨਿਓਮਾਈਸਿਨ, ਬੈਕਟੀਰੀਆਸਿਨ, ਬੈਸੀਟ੍ਰਿਸਿਨ, ਥਰਡ ਆਪਸ਼ਨ ਹੈ ਕਲੋਰਾਮਫੈਨੀਕੋਲ ਐਂਡ ਫੋਰਥ ਹੈ ਪੈਨੀਸਿਲਿਨ। ਇਹਦੀ ਆਪਸ਼ਨ ਆਣੀ ਹੈਗੀ ਡੀ, ਪੈਨੀਸਿਲਿਨ ਜਿਹੜੀ ਸੀ ਉਸ ਟਾਈਮ 'ਤੇ ਐਜ਼ ਏ ਐਂਟੀਬਾਇਓਟਿਕ ਯੂਜ਼ ਕੀਤੀ ਗਈ ਸੀ ਅਮਰੀਕਨ ਸੋਲਜਰਸ ਨੂੰ ਟਰੀਟ ਕਰਨ ਦੇ ਲਈ। ਇਹਦੇ ਜਿਹੜੇ ਮਤਲਬ ਰਿਜ਼ਲਟ ਸੀ ਕਾਫੀ ਅੱਛੇ ਰਹੇ। ਇਸ ਤੋਂ ਬਾਅਦ ਪੈਨੀਸਿਲਿਨ ਦੀ ਖੋਜ ਕਰਨ ਦੇ ਲਈ ਜਿਹੜਾ ਸਾਇੰਟਿਸਟ ਸੀ ਇਹਦਾ ਉਹਨੂੰ ਅਵਾਰਡ ਵੀ ਮਿਲਿਆ ਸੀਗਾ, ਠੀਕ ਹੈ, ਪ੍ਰਾਈਜ਼ ਮਿਲਿਆ ਸੀ, ਨੋਬਲ ਪ੍ਰਾਈਜ਼। ਨੈਕਸਟ ਹੈ 41st ਕੁਐਸਚਨ, 41ਵਾਂ ਕੁਐਸਚਨ ਹੈ, ਮਾਈਕਰੋ ਆਰਗੈਨਿਜ਼ਮਸ ਯੂਜ਼ਡ ਇਨ ਦ ਫਾਰਮੇਸ਼ਨ ਆਫ ਕਰਡ ਇਜ਼ ਕਾਲਡ, ਕਿ ਕਰਡ ਪ੍ਰੀਪਰੇਸ਼ਨ ਦੇ ਲਈ ਕਿਹੜਾ ਮਾਈਕਰੋ ਆਰਗੈਨਿਜ਼ਮ ਯੂਜ਼ ਹੁੰਦਾ ਆ ਦਹੀਂ ਬਣਾਉਣ ਦੇ ਲਈ, ਦੁੱਧ ਤੋਂ ਦਹੀਂ ਬਣਾਉਣ ਦੇ ਲਈ ਕੀ ਯੂਜ਼ ਹੁੰਦਾ ਹੈ, ਐਸਪਰਜਿਲਸ, ਸੈਕਰੋਮਾਈਸਿਸ, ਲੈਕਟੋਬੈਸਿਲਸ ਜਾਂ ਪੈਨੀਸਿਲਿਨ। ਸੋ ਇਹਦੀ ਆਪਸ਼ਨ ਆਣੀ ਆਪਸ਼ਨ ਸੀ, ਲੈਕਟੋਬੈਸਿਲਸ ਬੈਕਟੀਰੀਆ ਜਿਹੜਾ ਹੈ ਉਹ ਕਰਡ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ, ਠੀਕ ਹੈ। ਕਰਡ ਬਣਾਉਣ ਦੇ ਲਈ ਇਹ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਂਦਾ। ਜਦੋਂ ਅਸੀਂ ਮਿਲਕ 'ਚ ਥੋੜ੍ਹਾ ਜਿਹਾ ਇਨੋਕੂਲਮ ਡਾਲਦੇ ਹੈਗੇ ਆ ਤਾਂ ਉਹਦੇ ਵਿੱਚ ਇਹ ਬੈਕਟੀਰੀਆ ਪ੍ਰੈਜ਼ੈਂਟ ਹੁੰਦੇ, ਲੈਕਟੋਬੈਸਿਲਸ ਬੈਕਟੀਰੀਆ ਜਿਹੜੇ ਹੁੰਦੇ ਆ, ਠੀਕ ਹੈ, ਲੈਬ ਬੈਕਟੀਰੀਆ। ਇਹ ਬਹੁਤ ਜਲਦੀ ਜਿਹੜੇ ਹੈਗੇ ਆ ਇਹ ਮਲਟੀਪਲਾਈ ਕਰਕੇ ਮਿਲਕ ਨੂੰ ਇੱਕ ਪ੍ਰੋਪਰ ਟੈਂਪਰੇਚਰ 'ਤੇ ਕਰਡ 'ਚ ਕਨਵਰਟ ਕਰ ਦਿੰਦੇ ਆ। ਸੋ 41st ਦੀ ਆਪਸ਼ਨ ਆਣੀ ਹੈਗੀ ਆਪਸ਼ਨ ਸੀ। 42nd ਕੁਐਸਚਨ ਹੈ, 42ਵਾਂ ਕੁਐਸਚਨ, ਗੋਲਡਨ ਰਾਈਸ ਵੈਰਾਈਟੀ ਇਜ਼ ਰਿਚ ਇਨ, ਕਿ ਜਿਹੜੇ ਗੋਲਡਨ ਰਾਈਸ ਵੈਰਾਈਟੀ ਹੈਗੀ, ਠੀਕ ਹੈ, ਜਿਹੜੇ ਗੋਲਡਨ ਰਾਈਸ ਟ੍ਰਾਂਸਜੈਨਿਕ ਜਿਹੜਾ ਪ੍ਰੋਡਕਟ ਤਿਆਰ ਕੀਤਾ ਗਿਆ ਸੀ ਪਲਾਂਟ, ਠੀਕ ਹੈ, ਹੁਣ ਉਹਦੇ ਵਿੱਚ ਮਤਲਬ ਕੀ ਜ਼ਿਆਦਾ ਹੁੰਦਾ ਆ, ਵਿਟਾਮਿਨ ਸੀ, ਬੀਟਾ ਕੈਰੇਟਿਨ ਔਰ ਫੈਰੀਟਿਨ, ਬਾਇਓਟਿਨ ਜਾਂ ਲਾਈਸਿਨ। ਇਹਦੀ ਆਪਸ਼ਨ ਆਣੀ ਹੈਗੀ ਆਪਸ਼ਨ ਬੀ, ਬੀਟਾ ਕੈਰੇਟਿਨ ਔਰ ਫੈਰੀਟਿਨ ਜਿਹੜਾ ਹੁੰਦਾ ਆ ਇਹ ਗੋਲਡਨ ਰਾਈਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਜ਼ੈਂਟ ਹੁੰਦਾ। ਵਿਟਾਮਿਨ ਏ ਵੀ ਕਾਫੀ ਅੱਛਾ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ, ਅੱਛਾ ਕੰਟੈਂਟ ਪ੍ਰੈਜ਼ੈਂਟ ਹੁੰਦਾ ਹੈ, ਠੀਕ ਹੈ। ਬੀਟਾ ਕੈਰੇਟਿਨ, ਵਿਟਾਮਿਨ ਏ, ਫੈਰੀਟਿਨ ਜਿਹੜੇ ਆ ਇਹ ਕਾਫੀ ਅੱਛੇ ਹੁੰਦੇ ਹੈਗੇ ਆ, ਗੋਲਡਨ ਵੈਰਾਈਟੀ ਜਿਹੜੀ ਰਾਈਸ ਦੀ ਹੈਗੀ ਆ ਉਹਦੇ ਵਿੱਚ ਇਹ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਸੋ ਆਪਸ਼ਨ ਬੀ ਆਣੀ ਹੈ, ਨਾਟ ਆਪਸ਼ਨ ਸੀ, ਠੀਕ ਹੈ, ਆਪਸ਼ਨ ਬੀ ਇਜ਼ ਕਰੈਕਟ ਆਪਸ਼ਨ। ਨੈਕਸਟ ਹੈ 43rd ਕੁਐਸਚਨ ਹੈ, ਪਲਾਜ਼ਮਿਡਸ ਆਰ ਯੂਜ਼ਡ ਐਜ਼ ਅ ਕਲੋਨਿੰਗ ਵੈਕਟਰ ਫॉर ਵਿਚ ਵਨ ਆਫ ਦ ਫੋਲੋਇੰਗ ਰੀਜ਼ਨਸ, ਕਿ ਜਿਹੜੇ ਕਲੋਨਿੰਗ ਵੈਕਟਰ ਹੈਗੇ ਆ ਉਹਨਾਂ ਦੇ ਮਤਲਬ ਪਲਾਜ਼ਮਿਡਸ ਨੂੰ ਕਲੋਨਿੰਗ ਵੈਕਟਰ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਹੈਗਾ, ਠੀਕ ਹੈ। ਜਿਹੜੇ ਪਲਾਜ਼ਮਿਡਸ ਹੈਗੇ ਆ ਉਹਨਾਂ ਨੂੰ ਅਸੀਂ ਕਲੋਨਿੰਗ ਵੈਕਟਰ ਦੇ ਤੌਰ 'ਤੇ ਯੂਜ਼ ਕਰਦੇ ਹਾਂ ਬਾਇਓਟੈਕਨੋਲੋਜੀ ਦੇ ਵਿੱਚ, ਜੈਨੇਟਿਕ ਇੰਜੀਨੀਅਰਿੰਗ ਦੇ ਦੌਰਾਨ। ਇਹਦਾ ਰੀਜ਼ਨ ਕੀ ਆ, ਮਲਟੀਪਲਾਈ ਕਰ ਜਾਂਦੇ ਕਲਚਰ 'ਚ, ਸੈਲਫ ਰੈਪਲੀਕੇਸ਼ਨ ਕਰਦੇ ਆ ਬੈਕਟੀਰੀਅਲ ਸੈੱਲ ਦੇ ਵਿੱਚ ਜਾ ਕੇ, ਜਾਂ ਮਲਟੀਪਲਾਈ ਕਰਦੇ ਆ ਲੈਬੋਰਟਰੀ ਦੇ ਅੰਦਰ ਐਂਜ਼ਾਈਮ ਦੀ ਹੈਲਪ ਦੇ ਨਾਲ, ਜਾਂ ਫੋਰਥ ਹੈ ਕਿ ਰੈਪਲੀਕੇਟ ਫਰੀਲੀ ਆਊਟਸਾਈਡ ਦਾ ਬੈਕਟੀਰੀਅਲ ਸੈੱਲ, ਕਿ ਬੈਕਟੀਰੀਅਲ ਸੈੱਲ ਦੇ ਬਾਹਰ ਇਹ ਆਪਣੇ ਆਪ ਫਰੀਲੀ ਰੈਪਲੀਕੇਟ ਕਰ ਜਾਂਦੇ ਹੈਗੇ ਆ। ਸੋ ਇਹਦੀ ਆਪਸ਼ਨ ਆਣੀ ਹੈਗੀ ਆ ਆਪਸ਼ਨ ਬੀ, ਸੈਲਫ ਰੈਪਲੀਕੇਸ਼ਨ ਕਰਦੇ, ਆਪਣੀ ਰੈਪਲੀਕੇਸ਼ਨ ਕਰਦੇ ਬੈਕਟੀਰੀਅਲ ਸੈੱਲ ਦੇ ਅੰਦਰ, ਠੀਕ ਹੈ। ਪਲਾਜ਼ਮਿਡਸ ਜਿਹੜੇ ਹੁੰਦੇ ਆ ਉਹ ਬੈਕਟੀਰੀਅਲ ਸੈੱਲ ਦੇ ਅੰਦਰ ਆਪਣੀ ਰੈਪਲੀਕੇਸ਼ਨ ਕਰਦੇ ਹੈਗੇ ਆ, ਠੀਕ ਹੈ, ਅਤੇ ਬੈਕਟੀਰੀਅਲ ਸੈੱਲ ਦੇ ਨਾਲ ਮਲਟੀਪਲਾਈ ਕਰਕੇ ਨਵਾਂ ਪ੍ਰੋਡਕਟ ਤਿਆਰ ਕਰਦੇ ਹੈਗੇ ਆ, ਠੀਕ ਹੈ।
ਜਿਹਨੂੰ ਅਸੀਂ ਰਿਕੰਬੀਨੈਂਟ ਡੀਐਨਏ ਬੋਲ ਦਿੰਦੇ ਨਾ, ਉਹ ਇਹਦੇ ਥਰੂ ਤਿਆਰ ਹੁੰਦਾ ਆ। ਸੋ ਆਪਸ਼ਨ ਬੀ ਆਣੀ ਹੈਗੀ ਆ। ਐਕਸੀਜ਼ਨ ਐਂਡ ਦ ਇੰਜ਼ਰਸ਼ਨ ਆਫ ਦ ਜੀਨ ਇਨ ਦ ਲਿਵਿੰਗ ਆਰਗੈਨਿਜ਼ਮ ਇਜ਼ ਕਾਲਡ, ਕਿ ਲਿਵਿੰਗ ਆਰਗੈਨਿਜ਼ਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਇੰਜ਼ਰਸ਼ਨ ਜਾਂ ਐਕਸੀਜ਼ਨ ਕੁਛ ਐਡ ਕਰਨ ਦੇ ਲਈ ਜਾਂ ਕੁਛ ਕੱਟ ਕਰਨ ਦੇ ਲਈ, ਕੁਛ ਨਿਕਾਲਣ ਦੇ ਲਈ ਜਿਹੜੀ ਪ੍ਰੋਸੈਸ ਕੀਤੀ ਜਾਂਦੀ ਹੈਗੀ ਆ, ਜਿਹੜੀ ਲਿਵਿੰਗ ਆਰਗੈਨਿਜ਼ਮ 'ਚ ਪ੍ਰੋਸੈਸ ਕੀਤੀ ਜਾਂਦੀ ਹੈ, ਉਹਨੂੰ ਅਸੀਂ ਕੀ ਕਹਿੰਦੇ ਆ? ਬਾਇਓਟੈਕਨੋਲੋਜੀ, ਜੈਨੇਟਿਕ ਇੰਜੀਨੀਅਰਿੰਗ, ਸਾਈਟੋਜੈਨੇਟਿਕਸ ਜਾਂ ਜੀਨ ਥੈਰੇਪੀ। ਹੁਣ ਜੀਨ ਥੈਰੇਪੀ ਤਾਂ ਜੀਨਸ ਜਿਹੜੇ ਡਿਫੈਕਟਿਵ ਜੀਨਸ ਹੁੰਦੇ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਯੂਜ਼ ਕਰਦੇ ਹਨ, ਇਹ ਪ੍ਰੋਸੈਸ ਤਾਂ ਨਹੀਂ ਆਣੀ। ਸਾਈਟੋਜੈਨੇਟਿਕਸ ਵੀ ਨਹੀਂ ਆਣੀ ਹੈਗੀ, ਠੀਕ ਹੈ। ਬਾਇਓਟੈਕਨੋਲੋਜੀ ਨਹੀਂ, ਇਹਦੀ ਆਣੀ ਆਪਸ਼ਨ ਬੀ ਜੈਨੇਟਿਕ ਇੰਜੀਨੀਅਰਿੰਗ ਕਿਹਾ ਜਾਂਦਾ ਇਹਨੂੰ, ਠੀਕ ਹੈ। ਜੀਨਸ ਨੂੰ ਥੋੜਾ ਮੋਡੀਫਾਈ ਕਰ ਦੇਣਾ, ਉਹਨਾਂ ਦੇ ਵਿੱਚ ਕੁਛ ਨਿਆ ਐਡ ਕਰਕੇ ਕੁਛ ਡਿਜ਼ਾਇਰੇਬਲ ਪ੍ਰੋਡਕਟ ਤਿਆਰ ਕਰਨਾ, ਉਹ ਜੈਨੇਟਿਕ ਇੰਜੀਨੀਅਰਿੰਗ ਕਿਹਾ ਜਾਂਦਾ ਉਹਨੂੰ। ਆਪਸ਼ਨ ਬੀ ਆਣੀ ਹੈਗੀ। 45th क्वेश्चन है एक्सप्रैशन ऑफ अ ट्रांसजीन इन द टारगेट टिशू इज आइडेंटिफाइड बाय, कि टारगेट टिशू जिहड़ा है साडा ਉਹਦੇ ਵਿੱਚ ट्रांसजीन ਦੇ एक्सप्रैशन शो ਹੁੰਦਾ ਆ कि नहीं, आ रहा कि नहीं, ਉਹਨੂੰ ਆइडेंटिफाई ਕਰਨ ਦੇ ਲਈ ਅਸੀਂ ਕੀ ਯੂਜ਼ ਕਰਦੇ ਹੈਗੇ ਆ? ट्रांसजीन, ਪ੍ਰੋਮੋਟਰ ਜੀਨ, ਐਨਹਾਂਸਰ ਜੀਨ ਕਿ ਰਿਪੋਰਟਰ ਜੀਨ। ਇਹਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਰਿਪੋਰਟਰ ਜੀਨ, ਠੀਕ ਹੈ। ਰਿਪੋਰਟਰ ਜੀਨ ਦਾ ਫੰਕਸ਼ਨ ਹੀ ਇਹ ਹੁੰਦਾ ਆ ਕਿ ਟਰਾਂਸਜੀਨ ਦੇ ਐਕਸਪ੍ਰੈਸ਼ਨ ਨੂੰ ਆइडेंटिफाई ਕਰਨਾ, ਠੀਕ ਹੈ। ਸੋ ਆਪਸ਼ਨ ਆਣੀ ਹੈਗੀ ਸਾਡੇ ਤੋਂ ਆਪਸ਼ਨ ਡੀ। नेक्स्ट क्वेश्चन है 46th क्वेश्चन, 46वां क्वेश्चन है विच वन ऑफ द फॉलोइंग इज नॉट एन एबायोटिक कंपोनेंट ऑफ द इकोसिस्टम, किहड़ा है जिहड़ा कि एबायोटिक कंपोनेंट है इकोसिस्टम दा। एबायोटिक किहड़े हुंदे हैगे आ? एक तो हुंदे आ दो कंपोनेंट हुंदे ना, एक बायोटिक एक एबायोटिक। बायोटिक यानी कि जिहड़े लिविंग ऑर्गेनिजम्स नाल बिलोंग करदा कंपोनेंट, एक हुंदा जिहड़ा नॉन लिविंग ऑर्गेनिजम्स नाल बिलोंग करदा। हुण एबायोटिक नॉन लिविंग ऑर्गेनिजम्स नाल बिलोंग करदा, ठीक है। हुण कहंदे किहड़ा आ जिहड़ा ਇਹ ਬਾਇਓਟਿਕ ਕੰਪੋਨੈਂਟ ਨਹੀਂ ਹੈਗਾ ਆ, ਮਤਲਬ ਬਾਇਓਟਿਕ ਲਿਵਿੰਗ ਆਰਗੈਨਿਜ਼ਮਸ 'ਚ ਜਿਹੜਾ ਹੁੰਦਾ ਆ ਉਹ ਲੱਭਣਾ ਆ। ਆਪਸ਼ਨ 1 ਹੈ ਕਲਾਈਮੇਟ, ਵਾਟਰ, ਮਾਈਕਰੋ ਆਰਗੈਨਿਜ਼ਮਸ ਜਾਂ ਮਿਨਰਲਸ। ਅਗਰ ਆਪਾਂ ਦੇਖੀਏ ਕਲਾਈਮੇਟ, ਵਾਟਰ ਤੇ ਮਿਨਰਲਸ, ਇਹ ਤਿੰਨੋਂ ਤਾਂ ਇਹ ਬਾਇਓਟਿਕ ਹੈਗੇ ਆ। ਉਹਨਾਂ ਨੇ ਆਪਾਂ ਨੂੰ ਪੁੱਛਿਆ ਇਹ ਬਾਇਓਟਿਕ ਕਿਹੜਾ ਨਹੀਂ ਹੈਗਾ, ਸੋ ਆਪਸ਼ਨ ਸੀ ਆਏਗੀ ਮਾਈਕਰੋ ਆਰਗੈਨਿਜ਼ਮ। ਕਿਉਂਕਿ ਉਹ ਤਾਂ ਮਾਈਕਰੋ ਆਰਗੈਨਿਜ਼ਮ ਬੈਕਟੀਰੀਆ ਵਗੈਰਾ ਜੋ ਵੀ ਛੋਟੇ ਛੋਟੇ ਆਰਗੈਨਿਜ਼ਮ ਹੁੰਦੇ ਹਨ, ਮਾਈਕਰੋ ਬੈਕਟੀਰੀਆ ਜਿਹੜੇ ਹੁੰਦੇ ਹੈਗੇ ਆ, ਮਾਈਕਰੋ ਆਰਗੈਨਿਜ਼ਮ ਜਿਹੜੇ ਹੈਗੇ ਇਹ ਬਹੁਤ ਛੋਟੇ ਹੁੰਦੇ ਆ ਔਰ ਇਹ ਲਿਵਿੰਗ ਹੁੰਦੇ ਹੈਗੇ ਆ, ਬਾਇਓਟਿਕ 'ਚ ਆਉਂਦੇ ਆ, ਇਹ ਬਾਇਓਟਿਕ 'ਚ ਨਹੀਂ। ਸੋ ਆਪਸ਼ਨ ਆਣੀ ਆਪਸ਼ਨ ਸੀ। नेक्स्ट क्वेश्चन है विच वन ऑफ द फॉलोइंग विच ऑफ वन इज़ अ रीन्यूएबल एग्जॉस्टिबल नैचुरल एनर्जी सोर्स, किहड़ा इदा दा नीचे दस्सिया विचों जिहड़ा कि रीन्यूएबल हैगा आ बट एग्जॉस्टिबल नैचुरल एनर्जी दा सोर्स आ, ठीक है। नैचुरल एनर्जी भी प्रोवाइड करदा, एग्जॉस्टिबल नैचुरल एनर्जी प्रोवाइड करदा और की आ रीन्यूएबल आ, ठीक है। दोबारा ये बन सकता है। बायोमास ऑप्शंस है इहदियां बायोमास, कैरोसिन, पैट्रोलीਅਮ और कोल। ਹੁਣ अगर आप गल करिए ਜਿਹੜੇ कैरोसिन, पैट्रोलीਅਮ ਤੇ कोल है ये तीनों की है गया, ये तो मतलब इन्होंने हज़ारा करोड़ा साल लग जाते बनने वास्ते, है ना, कि मतलब ये रीन्यूएबल नहीं है, नॉन रीन्यूएबल आ, यानी कि बहुत टाइम लगा के बनते है गया, ठीक है, जल्दी बन नहीं सकते। ਹੁਣ ਉਹਨਾਂ ਨੇ ਤਾਂ ਆਪਾਂ ਨੂੰ ਪੁੱਛਿਆ ਕਿ ਰੀਨਿਊਏਬਲ ਕਿਹੜਾ, ਰੀਨਿਊਏਬਲ ਹੈਗਾ ਬਾਇਓਮਾਸ। ਸੋ ਸਾਡੀ ਆਪਸ਼ਨ ਆਣੀ ਹੈਗੀ ਆਪਸ਼ਨ ਏ। ਨੈਕਸਟ ਕੁਐਸਚਨ ਹੈ 48th ਕੁਐਸਚਨ, ਪ੍ਰੋਸੈਸ ਆਫ ਦ ਵਰਨਲਾਈਜੇਸ਼ਨ ਪ੍ਰੈਕਟਿਸਡ ਇਨ, ਆਪਾਂ ਪਿੱਛੇ ਵੀ ਵਰਨਲਾਈਜੇਸ਼ਨ ਦੇ ਬਾਰੇ ਪਿਛਲੀ ਵੀਡੀਓ 'ਚ ਕਰਕੇ ਹਟੇ ਸੀਗੇ, ਹੈ ਨਾ। ਹੁਣ ਕਹਿੰਦੇ ਵਰਨਲਾਈਜੇਸ਼ਨ ਉਹਦੇ ਵਿੱਚ ਸੀਗਾ ਕਿ ਵਰਨਲਾਈਜੇਸ਼ਨ ਰਿਪਲੇਸ ਕਿਹਦੇ ਥਰੂ ਹੁੰਦੀ ਆ, ਹਾਰਮੋਨ ਦੱਸਣਾ ਸੀ। ਹੁਣ ਕਿਹਾ ਕਿ ਕਿੱਥੇ ਵਰਨਲਾਈਜੇਸ਼ਨ ਪ੍ਰੈਕਟਿਸ ਕੀਤੀ ਜਾਂਦੀ ਹੈਗੀ ਆ, ਕੋਲਡ ਇਨਵਾਇਰਮੈਂਟ 'ਚ ਹੋਏਗੀ ਨਾ वर्नलाइजेशन, कोल्ड इन्वायरमेंट होएगी ना। सो कोल्ड कंट्रीज़ है, हॉट कंट्रीज़ है, ओनली सब ट्रॉपिक कंट्रीज़ है या ट्रॉपिकल कंट्रीज़ है। यदि ऑप्शन आनी ऑप्शन सी सॉरी ऑप्शन ए। ਇਹਦੀ ऑप्शन आनी ऑप्शन ए, कोल्ड कंट्रीज़ ਦੇ ਵਿੱਚ ਹੁੰਦੀ ਹੈਗੀ ਆ, ਠੀਕ ਹੈ। 48 ਦੀ ऑप्शन ए आनी ਆ। नैक्सट है 49th क्वेश्चन, विच वन ऑफ द फॉलोइंग इज नॉट अ करैक्टरिस्टिक ऑफ द पॉपुलेशन। पॉपुलेशन की किहड़ी करैक्टरिस्टिक नहीं हैगी नीचे दस्सिया विचों, पॉपुलेशन की करैक्टरिस्टिक नहीं हैगी, ठीक है। सैक्स रेशो है, स्ट्रैटिफिकेशन है, मोटिलिटी रेट है, नेटिलिटी रेट है। सैक्स रेशो मेल फीमेल की रेशो ये तो बिल्कुल हैगी पॉपुलेशन की करैक्टरिस्टिक हैगी है। स्ट्रैटिफिकेशन है, दैन मोटिलिटी रेट मतलब डैथ रेट, ये भी बिल्कुल पॉपुलेशन का पता लगता है ये तो। नेटिलिटी रेट बर्थ रेट होंदा हैगा, ये भी पता लगता है, ठीक है। नेटैलिटी रेशो ये भी पता लगती हैगी सानू, बर्थ बारे दसदा है। सो पॉपुलेशन की करैक्टरिस्टिक है, सो तीनों तो पॉपुलेशन की करैक्टरिस्टिक हैगी, किहड़ी नहीं हैगी, स्ट्रैटिफिकेशन। सो ऑप्शन आएगी ऑप्शन बी, स्ट्रैटिफिकेशन इज नॉट अ करैक्टरिस्टिक फीचर ऑफ द पॉपुलेशन, ठीक है। ऑप्शन बी। अगे है 50th क्वेश्चन, प्लांट स्पीशीज with a wide range of genetic distribution evolve into a local population is known as, कि अगर प्लांट्स दियाँ कई सारिया स्पीशीज़ हैगियां, प्लांट्स के जीन्स के बेसिस ते वो कई तरह के जेनेटिक वो डिस्ट्रीब्यूशनस हैगियां प्लांट्स दियां, है ना, बहुत सारिया स्पीशीज़ आ वो जीन्स के बेसिस ते अलग अलग। हुण कहंदे जो एक लोकल पॉपुलेशन दे विच ये इवॉल्व होंदियां आ तां असीं उहनूं की कहंदे आ, बायोम बोलदे आ, इकोसिस्टम बोलदे आ, पॉपुलेशन बोलदे आ, इको टाइप बोलदे आ। सो इहदी ऑप्शन आनी ऑप्शन डी, इहनूं इको टाइप कहा जाता है, ठीक है। ऑप्शन आएगी ऑप्शन डी। सो अपने भी 50 क्वेश्चन कंप्लीट हो गया, ठीक है। 3704 पेपर के बॉटनी दे कोड ए दे, ठीक है। बाकी मैं कोशिश करूँगी जिन्हें भी मेरे को पेपर मैनू मिले मैं वो सॉल्व करके दस सकां, अपलोड कर सकां। बाकी 60 वाला पेपर है 2016 का आई थिंक, बाकी तो चलो अपने हो गए है। मैं कोशिश करूँगी कि जिन्हें अपलोड कर सकती उन्हें करा। दैन
ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਲਾਈਕ ਜ਼ਰੂਰ ਕਰ ਦੇਣਾ ਐਂਡ ਚੈਨਲ ਤੇ ਨਹੀਂ ਹੋ ਤੇ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਬਾਕੀ ਦੀਆਂ ਨੋਟੀਫਿਕੇਸ਼ਨਸ ਵੀ ਮਿਲਦੀਆਂ ਰਹਿਣ ਕਿਉਂਕਿ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈਗੀ ਕਿ ਮੈਂ ਜੋ ਕਰਾਂ ਮੈਂ ਸਹੀ ਹੀ ਮਤਲਬ ਪ੍ਰੋਵਾਈਡ ਕਰਵਾਵਾਂ ਬਾਕੀ ਥੋੜ੍ਹੀ ਬਹੁਤ ਗਲਤੀ ਹੋ ਸਕਦੀ ਆ ਅਦਰਵਾਈਜ਼ ਮੈਂ ਸਾਰਾ ਬਿਲਕੁਲ ਚੈੱਕ ਕਰਕੇ ਫਿਰ ਹੀ ਅਪਲੋਡ ਕਰਦੀ ਹਾਂ ਠੀਕ ਹੈ ਬਾਕੀ ਚਲੋ ਕਰਦੇ ਹਾਂ ਨੈਕਸਟ ਵੀਡੀਓਜ਼ ਦੇ ਵਿੱਚ ਥੈਂਕਸ ਫॉर ਵਾਚਿੰਗ ਦ ਵੀਡੀਓ